like to greet you in the name of the Lord Jesus Christ. ਮੈਂ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਹਾਂ। I feel honored to be part of this service today. ਅੱਜ ਇਸ ਸੰਗਤੀ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੈ। In what seems to me like a very far away place and rural part of India. ਜਦ ਕਿ ਮੇਰੇ ਦੇਸ਼ ਤੋਂ ਬਹੁਤ ਦੂਰ ਹੈ ਇਹ ਸੰਗਤੀ ਦਾ ਹਿੱਸਾ। And I want to thank Pastor Roshan, Brother Roshan, ਅਤੇ ਮੈਂ ਪਾਸਟਰ ਰੋਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। and like to thank you for allowing me to stand here. ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਜਗ੍ਹਾ ਤੇ ਖੜੇ ਹੋਣ ਦਾ। I would like to ask you to open your Bibles to 1 Peter 3 verse 6. ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਬਾਈਬਲ ਖੋਲੋ। ਪਹਿਲਾ ਪਤਰਸ ਉਸ ਦਾ 3 ਅਧਿਆਇ ਅਤੇ 6 ਆਇਤ ਤੋਂ ਅਸੀਂ ਪੜ੍ਹਦੇ ਹਾਂ। And before we read, I'm going to ask you to pray with me. ਇਸ ਤੋਂ ਪਹਿਲਾਂ ਕਿ ਅਸੀਂ ਇਸ ਆਇਤ ਨੂੰ ਪੜ੍ਹੀਏ ਮੈਂ ਚਾਹੁੰਦਾ ਹਾਂ ਆਓ ਸਭ ਮਿਲ ਕੇ ਪ੍ਰਾਰਥਨਾ ਕਰਦੇ ਹਾਂ। Let's pray. ਆਓ ਪ੍ਰਾਰਥਨਾ ਕਰਦੇ ਹਾਂ। ਆਪਣੀ ਅੱਖਾਂ ਨੂੰ ਬੰਦ ਕਰੋ। Lord Jesus, we bow our heads before you this. ਪ੍ਰਭੂ ਯੀਸ਼ੂ ਅਸੀਂ ਤੇਰੇ ਸਾਹਮਣੇ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ। We would like to thank you for the slight drop in temperatures since yesterday. ਅਤੇ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਕੱਲ੍ਹ ਨਾਲੋਂ ਅੱਜ ਮੌਸਮ ਬਹੁਤ ਵਧੀਆ ਹੈ। ਖੁਦਾਵੰ ਗਰਮੀ ਘੱਟ ਹੈ। We would like to thank you for the believers in this place. ਅਤੇ ਇਸ ਜਗ੍ਹਾ ਦੇ ਵਿਸ਼ਵਾਸੀਆਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। You said, where 2 or 3 are gathered in my name, there I am in their midst. ਤੂੰ ਆਖਿਆ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ ਮੈਂ ਉਹਨਾਂ ਦੇ ਵਿੱਚ ਮੌਜੂਦ ਹੁੰਦਾ ਹਾਂ। May you bless us with your presence today ਪ੍ਰਭੂ ਆਪਣੀ ਮੌਜੂਦਗੀ ਦੇ ਨਾਲ ਸਾਨੂੰ ਬਰਕਤ ਦੇ and receive all the honor and glory in the name of the Lord Jesus Christ. ਅਤੇ ਸਾਰਾ ਆਦਰ ਸਾਰੀ ਮਹਿਮਾ ਤੇਰੇ ਨਾਮ ਨੂੰ ਮਿਲੇ। Amen. ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ। Verse 6 of 1 Peter 3 says, ਪਹਿਲਾ ਪਤਰਸ 3 ਅਧਿਆਇ 6ਵੀਂ ਆਇਤ ਪੜ੍ਹਦੇ ਹਾਂ। even as Sarah obeyed Abraham, calling him Lord, whose daughters you are, as long as you do well and are not afraid with any amazement. ਜਿਵੇਂ ਸਾਰਾ ਅਬਰਾਹਮ ਨੂੰ ਸੁਆਮੀ ਕਹਿ ਕੇ ਉਹਦੇ ਅਧੀਨ ਰਹੀ ਜਿਹਦੀਆਂ ਤੁਸੀਂ ਬੱਚੀਆਂ ਹੋਈਆਂ ਜੇ ਸ਼ੁਭ ਕਰਮਾਂ ਕਰਦੀਆਂ ਅਤੇ ਕਿਸੇ ਪ੍ਰਕਾਰ ਦੀ ਡਹਿਲ ਨਾਲ ਨਾ ਡਰਦੀਆਂ ਹੋਵੋ। May be seated. ਤੁਸੀਂ ਆਪਣੇ ਸਥਾਨ ਤੇ ਬੈਠ ਸਕਦੇ ਹੋ। ਚੈੱਕ ਪ੍ਰੇਜ਼ ਦ ਲਾਰਡ। Yes. I am going to continue with the subject that I was talking about last few days. ਮੈਂ ਪਿਛਲੇ ਕੁਝ ਦਿਨਾਂ ਤੋਂ ਇੱਕ ਵਿਸ਼ੇ ਤੇ ਪ੍ਰਚਾਰ ਕਰ ਰਿਹਾ ਹਾਂ ਅਤੇ ਉਸ ਨੂੰ ਹੀ ਹੁਣ ਮੈਂ ਲਗਾਤਾਰ ਅੱਗੇ ਵਧਾਵਾਂਗਾ। I was talking about Abraham. ਮੈਂ ਅਬਰਾਹਮ ਉੱਤੇ ਗੱਲ ਕਰ ਰਿਹਾ ਹਾਂ। I'm sure we all know about Abraham. ਮੇਰਾ ਵਿਸ਼ਵਾਸ ਹੈ ਅਸੀਂ ਸਭ ਅਬਰਾਹਮ ਬਾਰੇ ਜਾਣਦੇ ਹਾਂ। He is the father of faith in the Old Testament and in the New Testament. ਉਹ ਪੁਰਾਣੇ ਅਤੇ ਨਵੇਂ ਨੇਮ ਦਾ ਵਿਸ਼ਵਾਸ ਦਾ ਪਿਤਾ ਹੈ। I just want to explain something. ਮੈਂ ਕੁਝ ਚੀਜ਼ਾਂ ਤੁਹਾਡੇ ਅੱਗੇ ਵਿਖਿਆਨ ਕਰਨੀਆਂ ਚਾਹੁੰਦਾ ਹਾਂ। If you would allow me to do that. ਜੇਕਰ ਤੁਸੀਂ ਮੈਨੂੰ ਇਜਾਜ਼ਤ ਦੇਵੋ। There's a story in the message of Brother Branham ਭਾਈ ਬ੍ਰਾਨਮ ਦੇ ਸੰਦੇਸ਼ ਵਿੱਚ ਇੱਕ ਕਹਾਣੀ ਹੈ। in the book Expectation. ਸੰਦੇਸ਼ ਜਿਸ ਦਾ ਨਾਮ ਹੈ ਉਪੇਕਸ਼ਾ।
which was preached in 1950, ਜੋ ਕਿ 1950 ਵਿੱਚ ਉਸ ਦਾ ਪ੍ਰਚਾਰ ਕੀਤਾ ਗਿਆ 0405. ਚੌਥੇ ਮਹੀਨੇ ਦੀ 5ਵੀਂ ਤਰੀਕ ਨੂੰ। I can see that we don't have our reference books or gadgets yet, but I would encourage you to end up having each one their own gadget to check the message. ਮੈਂ ਵੇਖ ਰਿਹਾ ਹਾਂ ਸਾਡੇ ਕੋਲ ਸਭਨਾਂ ਕੋਲ ਸੰਦੇਸ਼ ਨਹੀਂ ਖੁੱਲ੍ਹਾ, ਤੁਹਾਡੇ ਕੋਲ ਮੋਬਾਈਲਾਂ 'ਤੇ ਨਹੀਂ ਖੁੱਲ੍ਹਾ, ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਮੋਬਾਈਲ ਵਿੱਚ ਟੇਬਲ ਐਪ ਹੋਵੇ ਜਿਸ ਤੋਂ ਤੁਸੀਂ ਸੰਦੇਸ਼ ਮੇਰੇ ਨਾਲ ਪੜ੍ਹ ਸਕੋ। And by gadget, I mean something like a phone which has the message of Brother Branham, ਗੈਜਟ ਤੋਂ ਮੇਰਾ ਮਤਲਬ ਕੋਈ ਵੀ ਫੋਨ ਹੋਵੇ ਜੋ ਟੱਚ ਸਕਰੀਨ ਹੋਵੇ ਜਿੱਥੇ ਤੁਸੀਂ ਟੇਬਲ ਖੋਲ੍ਹ ਸਕੋ, or a tablet. which ਚਾਹੇ ਉਹ has ਕੋਈ the ਟੈਬਲੇਟ message. ਹੋਵੇ, ਆਈਪੈਡ, ਕੁਝ ਵੀ ਹੋਵੇ। Find a way of asking God to give you a gadget that has the message. ਤਰੀਕਾ ਲੱਭੋ ਅਤੇ ਖੁਦਾ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਐਸਾ ਗੈਜਟ ਲੈਣ ਦਾ ਮੌਕਾ ਦੇਵੇ, ਤੁਸੀਂ ਲੈ ਸਕੋ। ਪ੍ਰਭੂ ਅੱਗੇ ਇਸ ਦੀ ਪ੍ਰਾਰਥਨਾ ਕਰੋ And that is very, very important. ਕਿਉਂਕਿ ਇਹ ਬਹੁਤ ਜ਼ਰੂਰੀ ਹੈ। In that message, on paragraph 44, ਇਸ ਸੰਦੇਸ਼ ਵਿੱਚ ਅਸੀਂ 44 ਪੈਰੇ ਦੇ ਵਿੱਚੋਂ ਪੜ੍ਹਦੇ ਹਾਂ। he speaks of a man who needed prayer and was looking for Brother Branham. ਇੱਥੇ ਭਾਈ ਇੱਕ ਵਿਅਕਤੀ ਦੀ ਗੱਲ ਕਰ ਰਹੇ ਹਨ ਜਿਸਨੇ ਪ੍ਰਾਰਥਨਾ ਕਰਵਾਉਣੀ ਸੀ ਅਤੇ ਉਹ ਭਾਈ ਬ੍ਰਾਨਮ ਦੀ ਭਾਲ ਕਰ ਰਿਹਾ ਸੀ। He got to the hometown of Brother Branham ਉਹ ਭਾਈ ਬ੍ਰਾਨਮ ਦੇ ਸ਼ਹਿਰ ਵਿੱਚ ਪਹੁੰਚ ਗਿਆ and he was asking around, do you know a name Branham? ਤੇ ਫਿਰ ਉਹ ਭਾਈ ਬ੍ਰਾਨਮ ਦੇ ਸ਼ਹਿਰ ਵਿੱਚ ਜਾ ਕੇ ਲੋਕਾਂ ਤੋਂ ਪੁੱਛ ਰਿਹਾ ਸੀ ਕੀ ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਹੋ ਜਿਸ ਦਾ ਨਾਮ ਭਾਈ ਬ੍ਰਾਨਮ ਹੈ। And as he was looking around, he came to a certain man. ਅਤੇ ਜਦੋਂ ਉਹ ਭਾਲ ਕਰ ਰਿਹਾ ਸੀ ਤਾਂ ਉਹਨੂੰ ਇੱਕ ਵਿਅਕਤੀ ਮਿਲਿਆ। He asked him, do you know Branham? ਤਾਂ ਉਸਨੇ ਆ ਕੇ ਉਸ ਵਿਅਕਤੀ ਨੂੰ ਪੁੱਛਿਆ ਕੀ ਤੁਸੀਂ ਬ੍ਰਾਨਮ ਨੂੰ ਜਾਣਦੇ ਹੋ? And Brother Branham says, ਅਤੇ ਭਾਈ ਬ੍ਰਾਨਮ ਨੇ ਆਖਿਆ that name belongs to a woman that runs boarding house right in the corner there. ਕਿ ਇਹ ਜੋ ਨਾਮ ਹੈ No, I was too close. I was- Okay. ਚੈੱਕ ਯੈਸ। So this man was told by Brother Branham, I have a mother who uses that name. ਇਸ ਵਿਅਕਤੀ ਨੂੰ ਜੋ ਭਾਈ ਬ੍ਰਾਨਮ ਦੀ ਭਾਲ ਕਰ ਰਿਹਾ ਸੀ ਉਸ ਨੂੰ ਭਾਈ ਬ੍ਰਾਨਮ ਹੀ ਮਿਲੇ ਤੇ ਭਾਈ ਬ੍ਰਾਨਮ ਨੇ ਕਿਹਾ ਮੈਂ ਇੱਕ ਔਰਤ ਨੂੰ ਜਾਣਦਾ ਹਾਂ ਜੋ ਇੱਕ ਜਗ੍ਹਾ ਹੈ। ਭਾਈ ਬ੍ਰਾਨਮ ਨੇ ਇਸ਼ਾਰਾ ਕਰਕੇ ਦੱਸਿਆ ਕਿ ਇਸ ਜਗ੍ਹਾ ਤੇ ਰਹਿੰਦੀ ਹੈ। And the man says, so it means you are Branham, if your mother is Branham. ਭਾਈ ਬ੍ਰਾਨਮ ਨੇ ਕਿਹਾ ਦੱਸਿਆ ਕਿ ਉਹ ਔਰਤ ਮੇਰੀ ਮਾਂ ਹੈ ਤਾਂ ਉਸ ਬੰਦੇ ਨੇ ਭਾਈ ਬ੍ਰਾਨਮ ਨੂੰ ਆਖਿਆ ਇਸ ਦਾ ਮਤਲਬ ਤੁਸੀਂ ਹੀ ਭਾਈ ਬ੍ਰਾਨਮ ਹੋ। And then the man eventually was prayed for. This is what I want to tell you. ਤਾਂ ਮੈਂ ਬਸ ਇਹੀ ਦੱਸਣਾ ਚਾਹੁੰਦਾ ਸੀ ਜਦੋਂ ਉਹ ਭਾਲ ਕਰ ਰਿਹਾ ਸੀ ਉਸ ਨੂੰ ਭਾਈ ਬ੍ਰਾਨਮ ਮਿਲੇ ਅਤੇ ਉਸ ਦੇ ਲਈ ਪ੍ਰਾਰਥਨਾ ਕੀਤੀ ਗਈ। And Brother Branham says, right in the street, at the corner of a street, ਭਾਈ ਬ੍ਰਾਨਮ ਕਹਿ ਰਹੇ ਸੀ ਇਸੇ ਗਲੀ ਦੇ ਅਖੀਰ ਵਿੱਚ I knelt down in the street, ਭਾਈ ਬ੍ਰਾਨਮ ਨੇ right ਕਿਹਾ there in the street, ਉਸੇ ਗਲੀ ਵਿੱਚ ਮੈਂ ਉਸ ਜਗ੍ਹਾ ਤੇ ਘੁਟਨੇ ਟੇਕ ਲਏ and prayed. ਅਤੇ ਫਿਰ ਪ੍ਰਾਰਥਨਾ ਕੀਤੀ। And what I want to encourage you to do, ਅਤੇ ਜੋ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਰਨ ਦੇ ਲਈ, when it's time for prayer, ਜਦੋਂ ਪ੍ਰਾਰਥਨਾ ਕਰਨ ਦਾ ਸਮਾਂ ਹੋਵੇ, prayer is worship. ਪ੍ਰੇਅਰ ਪ੍ਰਾਰਥਨਾ ਕਰਨੀ ਹੀ ਉਸ ਦੀ ਉਪਾਸਨਾ ਕਰਨਾ ਹੈ। So you suspend everything else and join in that prayer. ਇਸ ਲਈ ਸਾਰੀਆਂ ਚੀਜ਼ਾਂ ਸਾਈਡ ਕਰੋ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੋ। If you are eating, you stop and join the prayer. ਜੇਕਰ ਤੁਸੀਂ ਖਾਣਾ ਖਾ ਰਹੇ ਹੋ ਤਾਂ ਖਾਣਾ ਖਾਣਾ ਬੰਦ ਕਰੋ ਅਤੇ ਪ੍ਰਾਰਥਨਾ ਦੇ ਹਿੱਸੇਦਾਰ ਬਣੋ। If you are talking, you stop and join the prayer. ਜੇਕਰ ਤੁਸੀਂ ਗੱਲਾਂ ਕਰ ਰਹੇ ਹੋ ਕਿਸੇ ਨਾਲ ਆਪਣੀਆਂ ਗੱਲਾਂ ਬੰਦ ਕਰੋ ਅਤੇ ਪ੍ਰਾਰਥਨਾ ਕਰੋ। If you are feeding your baby, you stop and join the prayer. ਜੇਕਰ ਤੁਸੀਂ ਆਪਣੇ ਬੱਚੇ ਨੂੰ ਖਾਣਾ ਖਿਲਾ ਰਹੇ ਹੋ ਤਾਂ ਉਹ ਬੰਦ ਕਰੋ ਅਤੇ ਪ੍ਰਾਰਥਨਾ ਕਰੋ। If you are walking around, stop.
ਜੇਕਰ ਤੁਸੀਂ ਆਲੇ ਦੁਆਲੇ ਚੱਲ ਫਿਰ ਰਹੇ ਹੋ ਤਾਂ ਰੁਕ ਜਾਓ। Why I'm saying that is when he started praying in that street, not in church but in a street, ਮੈਂ ਕਿਉਂ ਆਖ ਰਿਹਾ ਹਾਂ, ਜਦੋਂ ਭਾਈ ਬ੍ਰਾਨਮ ਉਸ ਗਲੀ ਵਿੱਚ ਖੜ ਕੇ ਪ੍ਰਾਰਥਨਾ ਕਰਨ ਲੱਗੇ, when I got up, the people holding their children back, taking off their hats in respect in the street. ਭਾਈ ਬ੍ਰਾਨਮ ਕਹਿੰਦੇ ਜਦ ਮੈਂ ਪ੍ਰਾਰਥਨਾ ਕਰਕੇ ਉੱਠਿਆ ਤਾਂ ਉਸ ਗਲੀ ਦੇ ਆਲੇ ਦੁਆਲੇ ਜੋ ਵੀ ਲੋਕ ਤੁਰ ਫਿਰ ਰਹੇ ਹਨ, ਉਹ ਜਦ ਮੈਂ ਉੱਠ ਕੇ ਵੇਖਿਆ ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਫੜਿਆ ਹੋਇਆ ਸੀ, ਪਰ ਉਹਨਾਂ ਨੇ ਆਪਣੀਆਂ ਟੋਪੀਆਂ ਉਤਾਰ ਦਿੱਤੀਆਂ ਅਤੇ ਸਭ ਉੱਥੇ ਰੁਕ ਗਏ ਉਸ ਪ੍ਰਾਰਥਨਾ ਨੂੰ ਆਦਰ ਦੇਣ ਦੇ ਲਈ। So they were doing that in respect of the prayer, not of the place. ਭਾਈ ਬ੍ਰਾਨਮ ਕਹਿੰਦੇ ਹਨ ਪ੍ਰਾਰਥਨਾ ਦੇ ਆਦਰ ਦੇ ਲਈ ਉਹ ਰੁਕੇ, ਨਾ ਕਿ ਉਸ ਜਗ੍ਹਾ ਦੇ ਲਈ, ਕਿਉਂਕਿ ਭਾਈ ਬ੍ਰਾਨਮ ਇੱਕ ਗਲੀ ਵਿੱਚ ਖੜ ਕੇ ਪ੍ਰਾਰਥਨਾ ਕਰ ਰਹੇ ਸਨ। So God moved down from the heavens and healed the man. ਇਸ ਕਰਕੇ ਖੁਦਾ ਸਵਰਗ ਤੋਂ ਉਤਰਿਆ ਅਤੇ ਉਸ ਵਿਅਕਤੀ ਨੂੰ ਚੰਗਾ ਕਰ ਦਿੱਤਾ। So to see the power of God, we must respect God. ਇਸ ਲਈ ਖੁਦਾ ਦੀ ਸਾਮਰਥ ਨੂੰ ਵੇਖਣ ਦੇ ਲਈ ਸਾਨੂੰ ਪ੍ਰਾਰਥਨਾ ਦੇ ਲਈ ਆਦਰਵਾਨ ਹੋਣਾ ਚਾਹੀਦਾ ਹੈ, ਉਸ ਦਾ ਆਦਰ ਕਰਨਾ ਚਾਹੀਦਾ ਹੈ। This is just one thing of many things that we need to respect God with. ਇਹ ਬਹੁਤੀਆਂ ਚੀਜ਼ਾਂ ਵਿੱਚੋਂ ਸਿਰਫ ਇੱਕ ਚੀਜ਼ ਹੈ ਜਿਸ ਦੇ ਲਈ ਸਾਨੂੰ ਖੁਦਾ ਦੇ ਅੱਗੇ ਆਦਰ ਰੱਖਣਾ ਚਾਹੀਦਾ ਹੈ। That's why when I said let's pray, ਇਸ ਲਈ ਜਦੋਂ ਵੀ ਮੈਂ ਕਹਿੰਦਾ ਹਾਂ ਕਿ ਆਓ ਪ੍ਰਾਰਥਨਾ ਕਰਦੇ ਹਾਂ, there may have been somebody walking back and forth, ਤਾਂ ਹੋ ਸਕਦਾ ਹੈ ਕਿ ਇੱਥੇ ਆਲੇ ਦੁਆਲੇ ਕੋਈ ਵਿਅਕਤੀ ਤੁਰ ਫਿਰ ਰਿਹਾ ਹੋਵੇ, and I waited until they settled down. ਇਸ ਲਈ ਮੈਂ ਰੁਕਿਆ ਤਾਂ ਕਿ ਉਹ ਬੰਦਾ ਆਪਣੀ ਜਗ੍ਹਾ ਲਵੇ ਅਤੇ ਉੱਥੇ ਖੜ ਜਾਵੇ। Then I prayed. ਫਿਰ ਮੈਂ ਪ੍ਰਾਰਥਨਾ ਸ਼ੁਰੂ ਕੀਤੀ। You love the Lord? You love the Lord? ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ? We read about Sarah and I'm talking about Abraham. ਅਸੀਂ ਸਾਰਾ ਦੇ ਬਾਰੇ ਪੜ੍ਹਿਆ ਅਤੇ ਅਸੀਂ ਅਬਰਾਹਮ ਉੱਤੇ ਗੱਲ ਕਰ ਰਹੇ ਹਾਂ। I will take a few characters or people that I will talk about to build the story of Abraham. ਮੈਂ ਅਬਰਾਹਮ ਦੀ ਇਸ ਕਹਾਣੀ ਨੂੰ ਅੱਗੇ ਵਧਾਉਣ ਦੇ ਲਈ ਬਾਈਬਲ ਦੇ ਕੁਝ ਚਰਿੱਤਰ ਲਵਾਂਗਾ। And the first character I will talk about is Hagar. ਪਹਿਲਾ ਚਰਿੱਤਰ ਜਿਸ ਦੇ ਉੱਤੇ ਅਸੀਂ ਗੱਲ ਕਰਾਂਗੇ ਉਹ ਹੈ ਹਗਈ। ਓਕੇ, ਹਾਜ਼ਰਾ। Hazra or Hagar in English, yeah? This lady was an Egyptian who was taken from Egypt by Abraham and Sarah. ਇਹ ਜੋ ਔਰਤ ਸੀ ਹਾਜ਼ਰਾ, ਇੱਕ ਮਿਸਰੀ ਔਰਤ ਸੀ ਜੋ ਅਬਰਾਹਮ ਅਤੇ ਸਾਰਾ ਦੁਆਰਾ ਉੱਥੋਂ ਲੈ ਆਂਦੀ ਗਈ। And we'll read the story shortly. ਅਤੇ ਇਸ ਕਹਾਣੀ ਨੂੰ ਅਸੀਂ ਥੋੜਾ ਰੋਕ ਕੇ ਪੜ੍ਹਦੇ ਹਾਂ। In Genesis 16, ਉਤਪਤ 16 ਅਧਿਆਏ, and I'm not in a rush, so I will speak until I see that you are tired, then I stop. ਇਸ ਲਈ ਮੈਨੂੰ ਅੱਜ ਕੋਈ ਕਾਹਲੀ ਨਹੀਂ ਹੈ, ਇਸ ਲਈ ਮੈਂ ਉਦੋਂ ਤੱਕ ਪ੍ਰਚਾਰ ਕਰਾਂਗਾ ਜਦ ਤੱਕ ਮੈਨੂੰ ਤੁਸੀਂ ਥੱਕੇ ਹੋਏ ਨਹੀਂ ਦੇਖਦੇ। So when you start dozing, then I will say, God bless you, I've finished. ਜਦੋਂ ਤੁਸੀਂ ਥੱਕੇ ਲੱਗੋਗੇ ਫਿਰ ਮੈਂ ਕਹਾਂਗਾ ਪ੍ਰਭੂ ਤੁਹਾਨੂੰ ਬਰਕਤ ਦੇਵੇ ਅਤੇ ਮੈਂ ਬੰਦ ਕਰਾਂਗਾ। But if you are awake, I will speak for about ਪਰ an ਜੇਕਰ hour, ਤੁਸੀਂ ਜਾਗਦੇ ਹੋ ਤਾਂ ਮੈਂ ਪ੍ਰਚਾਰ ਕਰਦਾ ਰਹਾਂਗਾ। an hour and a half, 1 ਅਤੇ 1.5 ਘੰਟੇ ਦੇ ਲਈ ਮੈਂ ਪ੍ਰਚਾਰ ਕਰਾਂਗਾ then I will break it. But I won't finish. ਅਤੇ ਮੈਂ ਫਿਰ ਰੁਕਾਂਗਾ ਨਹੀਂ। Abraham's wife didn't bear any children for Abraham, ਅਬਰਾਹਮ ਦੀ ਪਤਨੀ ਨੇ ਉਸ ਦੇ ਲਈ ਕੋਈ ਹਲੇ ਬੱਚਾ ਨਹੀਂ ਜਣਿਆ ਸੀ and she, Sarah, had a handmaid, an Egyptian whose name was Hagar. ਅਤੇ ਸਾਰਾ ਦੀ ਇੱਕ ਨੌਕਰਾਣੀ ਸੀ ਜਿਸ ਦਾ ਨਾਮ ਸੀ ਹਾਜ਼ਰਾ। ਸਾਰਾ ਦੀ ਇੱਕ ਦਾਸੀ ਸੀ ਜਿਸ ਦਾ ਨਾਮ ਹਾਜ਼ਰਾ ਸੀ। And she said to Abram, behold, now I don't have any children. Please take Hagar, ਤਾਂ so ਸਾਰਾ I ਨੇ can have a son by her. ਤਾਂ ਸਾਰਾ ਨੇ ਅਬਰਾਹਮ ਨੂੰ ਆਖਿਆ, ਵੇਖ ਯਹੋਵਾ ਨੇ ਮੈਨੂੰ ਜਣਨ ਤੋਂ ਠਾਕਿਆ ਹੈ ਜਾਂ ਫਿਰ ਰੋਕਿਆ ਹੈ, ਮੇਰੀ ਗੋਲੀ ਕੋਲ ਜਾ, ਸ਼ਾਇਦ ਮੈਂ ਉਸ ਤੋਂ ਔਲਾਦ ਵਾਲੀ ਬਣ ਜਾਵਾਂ। ਅਬਰਾਮ ਨੇ ਸਾਰਾਈ ਦੀ ਗੱਲ ਸੁਣੀ And Abraham listened to Hagar. ਅਤੇ ਅਬਰਾਹਮ ਨੇ ਉਸ ਦੀ ਗੱਲ ਸੁਣ ਲਈ। And after he went to Hagar, she became pregnant. ਤਾਂ ਜਦ ਅਬਰਾਹਮ ਹਾਜ਼ਰਾ ਕੋਲ ਗਿਆ ਤਾਂ ਉਹ ਗਰਭਵਤੀ ਹੋਈ And she bore a son called Ishmael. ਤਾਂ ਉਸਨੇ ਇੱਕ ਬੱਚਾ, ਇੱਕ ਨਰ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਸੀ ਇਸ਼ਮਾਇਲ।
And Abraham was 86 years old when Ishmael was born. ਅਤੇ ਜਦੋਂ ਇਸਮਾਇਲ ਦਾ ਜਨਮ ਹੋਇਆ ਤਾਂ ਅਬਰਾਹਮ 86 ਵਰ੍ਹਿਆਂ ਦਾ ਸੀ। When Ishmael was born, then Hagar was arrogant with Sarah. ਜਦੋਂ ਇਸਮਾਇਲ ਦਾ ਜਨਮ ਹੋਇਆ ਤਾਂ ਹਾਜ਼ਰਾ ਵਿੱਚ ਆਕੜ ਆ ਗਈ ਸਾਰਾ ਨੂੰ ਲੈ ਕੇ, And Sarah was very angry with Hagar. ਤੇ ਫਿਰ ਸਾਰਾ ਨੂੰ ਵੀ ਹਾਜ਼ਰਾ ਉੱਤੇ ਗੁੱਸਾ ਆ ਗਿਆ And she became very rough, cruel to Hagar. ਤੇ ਫਿਰ ਉਹ ਬੜੀ ਉਸਦੇ ਨਾਲ ਕੜਤਨ ਨਾ ਭਰੀ ਕਰੂਲ, ਉਹ ਫਿਰ ਗੁੱਸੇ ਦੇ ਨਾਲ ਰਹਿਣ ਲੱਗੀ ਉਸਦੇ ਲਈ। And Hagar ran away, she fled. ਫਿਰ ਹਾਜ਼ਰਾ ਨੂੰ ਉੱਥੋਂ ਭੱਜਣਾ ਪਿਆ And she got into the wilderness in a desert where there was no water. ਫਿਰ ਉਹ ਇੱਕ ਉਜਾੜ ਵਿੱਚ ਚਲੀ ਗਈ ਜਿੱਥੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਕੁਝ ਹੋਰ। She had a baby called Ishmael, and the baby was hungry. ਹੁਣ ਉਸਦੇ ਕੋਲ ਇੱਕ ਬੱਚਾ ਵੀ ਸੀ ਜਦੋਂ ਉਸ ਉਜਾੜ ਵਿੱਚ ਗਈ ਜਿਸ ਦਾ ਨਾਮ ਇਸ਼ਮਾਇਲ ਸੀ, ਅਤੇ ਬੱਚੇ ਨੂੰ ਭੁੱਖ ਲੱਗੀ। So she was alone with a baby, 2 people in the wilderness. ਹੁਣ ਉਸ ਉਜਾੜ ਵਿੱਚ ਉਹ ਅਤੇ ਉਸਦਾ ਬੱਚਾ 2 ਜਾਣੇ ਇਕੱਲੇ ਹਨ She needed help. ਅਤੇ ਉਸ ਨੂੰ ਹੁਣ ਜ਼ਰੂਰਤ ਸੀ ਕਿ ਉਸਦੀ ਕੋਈ ਮਦਦ ਕਰੇ। And my first lesson to us this afternoon is this: ਅਤੇ ਪਹਿਲੀ ਚੀਜ਼ ਜੋ ਅਸੀਂ ਅੱਜ ਦੁਪਹਿਰ ਇੱਥੇ ਸਿੱਖਦੇ ਹਾਂ ਉਹ ਇਹ ਹੈ God talks to all His creation. ਕਿ ਖੁਦਾ ਆਪਣੀ ਹਰ ਇੱਕ ਬਣਾਈ ਗਈ ਚੀਜ਼ ਨਾਲ ਜਾਂ ਕਿਸੇ ਵੀ ਆਪਣੇ ਵਿਅਕਤੀ ਕੋਈ ਵੀ ਹੋਵੇ ਉਸ ਨਾਲ ਗੱਲ ਜ਼ਰੂਰ ਕਰਦਾ ਹੈ। He talks to believers. ਉਹ ਵਿਸ਼ਵਾਸੀਆਂ ਨਾਲ ਗੱਲ ਕਰਦਾ ਹੈ, He talks to unbelievers. ਉਹ ਅਵਿਸ਼ਵਾਸੀਆਂ ਨਾਲ ਵੀ ਗੱਲ ਕਰਦਾ ਹੈ, He talks to elephants. ਉਹ ਹਾਥੀਆਂ ਦੇ ਨਾਲ ਗੱਲ ਕਰਦਾ ਹੈ, He talks to birds. ਅਤੇ ਉਹ ਪੰਛੀਆਂ ਦੇ ਨਾਲ ਗੱਲ ਕਰਦਾ ਹੈ। He talks to every creature. ਉਹ ਆਪਣੀ ਹਰ ਇੱਕ ਰਚਨਾ ਦੇ ਨਾਲ ਗੱਲ ਕਰਦਾ ਹੈ। God cares for all His creation. ਖੁਦਾ ਨੂੰ ਆਪਣੀ ਹਰ ਇੱਕ ਰਚਨਾ ਦੀ ਫਿਕਰ ਹੈ And God cares for you. ਅਤੇ ਖੁਦਾ ਨੂੰ ਤੁਹਾਡੀ ਫਿਕਰ ਹੈ। But we talked about something yesterday which I won't repeat today. ਅਸੀਂ ਕੱਲ੍ਹ ਇੱਕ ਚੀਜ਼ ਤੇ ਗੱਲ ਕਰ ਰਹੇ ਸੀ ਜਿਸ ਨੂੰ ਅੱਜ ਮੈਂ ਦੁਹਰਾਉਣਾ ਚਾਹੁੰਦਾ ਹਾਂ। When Hagar was alone in the wilderness, almost ready to die, ਜਦੋਂ God ਹਾਜ਼ਰਾ sent an angel. ਜਦੋਂ ਹਾਜ਼ਰਾ ਉਜਾੜ ਵਿੱਚ ਕੱਲੀ ਸੀ ਅਤੇ ਮਰਨ ਹੀ ਵਾਲੀ ਸੀ ਤਾਂ ਖੁਦਾ ਨੇ ਉਸਦੇ ਕੋਲ ਇੱਕ ਦੂਤ ਭੇਜ ਦਿੱਤਾ। And I think that's very important to know because people boast a visitation of an angel. ਅਤੇ ਮੈਂ ਜਾਣਦਾ ਹਾਂ ਕਿ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਲੋਕ ਜਦੋਂ ਉਸ ਨੂੰ ਕੋਈ ਦੂਤ ਵਿਜ਼ਿਟੇਸ਼ਨ ਕਰਦਾ ਹੈ ਜਾਂ ਉਸ ਨੂੰ ਮਿਲਦਾ ਹੈ ਤਾਂ ਉਹ ਸ਼ੇਖੀ ਮਾਰਦੇ ਹਨ। If Hagar is visited by an angel, does that make her a saint? ਜੇਕਰ ਹਾਜ਼ਰਾ ਨੂੰ ਖੁਦਾ ਦਾ ਦੂਤ ਆ ਕੇ ਮਿਲਿਆ ਤਾਂ ਕੀ ਉਹ ਸੰਤ ਔਰਤ ਬਣ ਗਈ? Are you able to answer that? ਕੀ ਤੁਸੀਂ ਇਸ ਦਾ ਜਵਾਬ ਦੇ ਸਕਦੇ ਹੋ? You'll see as we go on that Hagar was actually a problem marriage. ਜਦ ਅਸੀਂ ਅੱਗੇ ਵਧਦੇ ਹਾਂ ਤਾਂ ਵੇਖਾਂਗੇ ਕਿਸ ਤਰ੍ਹਾਂ ਹਾਜ਼ਰਾ ਇੱਕ ਉਸ ਸ਼ਾਦੀ ਦੇ ਵਿੱਚ ਇੱਕ ਅਰਚਨ ਸੀ। Hagar was not the perfect will of God. ਹਾਜ਼ਰਾ ਖੁਦਾ ਦੀ ਸਿੱਧ ਇੱਛਾ ਨਹੀਂ ਸੀ। Hagar was not the covenant of God with Abraham. ਹਾਜ਼ਰਾ ਖੁਦਾ ਦੇ ਦੁਆਰਾ ਅਬਰਾਹਮ ਨੂੰ ਦਿੱਤਾ ਗਿਆ ਨੇਮ ਨਹੀਂ ਸੀ। Sarah, ਹਾਜ਼ਰਾ ਉਸ ਵਾਚਾ ਦੇ ਵਿੱਚ ਨਹੀਂ ਸੀ। Sarah was in the covenant. ਸਾਰਾ ਉਸ ਵਾਚਾ ਦੇ ਵਿੱਚ ਸੀ। And in this chapter, Sarah is not there. ਅਤੇ ਇਸ ਅਧਿਆਇ ਵਿੱਚ ਇੱਥੇ ਸਾਰਾ ਨਹੀਂ ਹੈ। We see Hagar who is not in the covenant. ਇਸ ਅਧਿਆਇ ਵਿੱਚ ਅਸੀਂ ਹਾਜ਼ਰਾ ਨੂੰ ਵੇਖਦੇ ਹਾਂ ਜੋ ਕਿ ਉਸ ਵਾਚਾ ਵਿੱਚ ਨਹੀਂ, An angel speaking to her. ਪਰ ਫਿਰ ਵੀ ਉਹ ਦੂਤ ਉਸ ਦੇ ਨਾਲ ਆ ਕੇ ਗੱਲ ਕਰਦਾ ਹੈ। So as you worship and you go to church and you meet brothers and sisters and preachers, ਅਤੇ ਜਦੋਂ ਤੁਸੀਂ ਕਲੀਸਿਆ ਵਿੱਚ ਜਾਂਦੇ ਹੋ, ਖੁਦਾ ਦੀ ਆਰਾਧਨਾ ਕਰਦੇ ਹੋ, ਭਾਈਆਂ ਭੈਣਾਂ ਨੂੰ ਅਤੇ ਪ੍ਰਚਾਰਕਾਂ ਨੂੰ ਮਿਲਦੇ ਹੋ, you will no doubt meet one brother or sister or pastor who will boast having met the supernatural. ਤਾਂ ਜ਼ਰੂਰ ਹੈ ਤੁਸੀਂ ਕਿਸੇ ਨਾ ਕਿਸੇ ਵਿਅਕਤੀ ਨੂੰ, ਕਿਸੇ ਭਾਈ ਨੂੰ, ਕਿਸੇ ਭੈਣ ਜਾਂ ਕਿਸੇ ਪ੍ਰਚਾਰਕ ਨੂੰ ਮਿਲੋ
ਜੋ ਖੁਦਾ ਦੀ ਉਪਸਥਿਤੀ ਜਾਂ ਫਿਰ ਦੂਤ ਦਾ ਵਿਜ਼ਿਟੇਸ਼ਨ ਦੇ ਬਾਰੇ ਸਿੱਖ ਹੀ ਮਾਰੇ। Let me put it this way. ਮੈਂ ਇਸ ਨੂੰ ਇੱਕ ਅਲੱਗ ਤਰੀਕੇ ਨਾਲ ਰੱਖਾਂਗਾ। If a sister there meets an angel, ਜੇਕਰ ਕੋਈ ਭੈਣ ਇੱਕ ਦੂਤ ਨੂੰ ਮਿਲੇ takes a picture of that angel, ਅਤੇ ਉਸ ਦੂਤ ਦੀ ਫੋਟੋ ਖਿੱਚ ਲਵੇ and then comes and says, I met an angel, Pastor, last night. ਤੇ ਫਿਰ ਆ ਕੇ ਆਪਣੇ ਪਾਸਟਰ ਨੂੰ ਕਹੇ, ਪਾਸਟਰ ਜੀ ਮੈਂ ਰਾਤ ਇਸ ਦੂਤ ਨੂੰ ਮਿਲੀ। What happens today is she will want to be respected for that story. ਫਿਰ ਕੀ ਹੋਵੇਗਾ? ਇਸ ਦਾ ਮਤਲਬ ਹੈ ਕਿ ਅੱਜ ਉਹ ਚਾਹੁੰਦੀ ਹੈ ਕਿ ਉਹ ਮੇਰੀ ਇੱਜ਼ਤ ਕਰਨ ਇਸ ਕਹਾਣੀ ਦੇ ਲਈ ਜਾਂ ਇਸ ਮਿਲਾਪ ਦੇ ਲਈ। So if the pastor says, we thank God, sister so-and-so met an angel, she will stand up and say, hallelujah. ਫਿਰ ਕੀ ਹੋਏਗਾ? ਪਾਸਟਰ ਕਹੇਗਾ, ਉਹ ਪ੍ਰਭੂ ਦਾ ਧੰਨਵਾਦ ਹੋਵੇ, ਇਸ ਭੈਣ ਨੂੰ ਦੂਤ ਨਾਲ ਮੁਲਾਕਾਤ ਹੋਈ, ਅਤੇ ਫਿਰ ਉਹ ਭੈਣ ਕਹੇਗੀ, ਵਾਹ ਹਾਲੇਲੂਇਆ। And when the pastor says, but sister, please don't gossip. ਪਰ ਫਿਰ ਕੀ ਹੋਵੇਗਾ ਜੇਕਰ ਪਾਸਟਰ ਆਖੇ, ਭੈਣ ਚਾਹੇ ਤੂੰ ਦੂਤ ਨੂੰ ਮਿਲੀ ਪਰ ਹੁਣ ਤੂੰ ਚੁਗਲੀਆਂ ਕਰਨੀਆਂ ਬੰਦ ਕਰ ਦੇ, ਫਿਰ ਕੀ ਹੋਵੇਗਾ? You say, Pastor, what can you tell me? You never saw an angel. I have seen an angel. ਫਿਰ ਉਹ ਭੈਣ ਆਖੇਗੀ, ਪਾਸਟਰ ਜੀ ਤੁਸੀਂ ਮੈਨੂੰ ਕਿਵੇਂ ਇਹ ਕਹਿ ਸਕਦੇ ਹੋ? ਤੁਸੀਂ ਤਾਂ ਕਦੇ ਕਿਸੇ ਦੂਤ ਨੂੰ ਨਹੀਂ ਮਿਲੇ, ਪਰ ਮੈਂ ਦੂਤ ਨੂੰ ਮਿਲੀ ਹਾਂ। In other words, she has not been taught what angels are. ਪਰ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਸਿਖਾਇਆ ਨਹੀਂ ਗਿਆ ਕਿ ਦੂਤ ਕੀ ਹਨ। Angels are supernatural. ਦੂਤ ਅਲੌਕਿਕ ਹਨ। Angels come from God. ਦੂਤ ਖੁਦਾ ਕੋਲੋਂ ਆਉਂਦੇ ਹਨ। Angels help anyone they are sent to. ਦੂਤ ਹਰ ਕਿਸੇ ਦੀ ਮਦਦ ਕਰਦੇ ਹਨ ਜਿਸ ਦੇ ਕੋਲ ਉਹਨਾਂ ਨੂੰ ਭੇਜਿਆ ਜਾਂਦਾ ਹੈ। Angels will speak to anyone that God has sent a message to. ਦੂਤ ਕਿਸੇ ਨਾਲ ਵੀ ਆ ਕੇ ਗੱਲ ਕਰਨਗੇ ਜਿਨ੍ਹਾਂ ਕੋਲ ਖੁਦਾ ਨੇ ਉਸ ਨੂੰ ਗੱਲ ਕਰਨ ਲਈ ਭੇਜਿਆ ਹੈ। But angels don't save people. ਪਰ ਦੂਤ ਲੋਕਾਂ ਨੂੰ ਬਚਾ ਨਹੀਂ ਸਕਦੇ। What saves people is Jesus Christ and his blood. ਲੋਕਾਂ ਨੂੰ ਕਿਸ ਦੀ ਜ਼ਰੂਰਤ ਹੈ? ਯੀਸ਼ੂ ਮਸੀਹ ਅਤੇ ਉਸ ਦੇ ਲਹੂ ਦੀ। So people have met angels and taken redemption and thrown it away. ਕੀ ਹੋਇਆ ਕਿ ਲੋਕਾਂ ਨੂੰ ਦੂਤ ਮਿਲੇ, ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਅਤੇ ਫਿਰ ਉਸ ਨੂੰ ਸੁੱਟ ਦਿੱਤਾ। Redemption. ਉਹਨਾਂ ਨੇ ਆਪਣੀ ਮੁਕਤੀ ਨੂੰ ਗਵਾ ਲਿਆ। So instead of working out their redemption, they are boasting their visitation. ਬਜਾਏ ਇਸ ਦੇ ਕਿ ਉਹ ਆਪਣੀ ਮੁਕਤੀ ਉੱਤੇ ਕੰਮ ਕਰਦੇ, ਉਹਨਾਂ ਨੇ ਦੂਤ ਨਾਲ ਮੁਲਾਕਾਤ ਜੋ ਹੋਈ ਉਸ ਦੇ ਬਾਰੇ ਸ਼ੇਖੀ ਮਾਰਨੀ ਸ਼ੁਰੂ ਕਰ ਦਿੱਤੀ। But the angel said to Hagar, ਪਰ ਦੂਤ ਨੇ ਹਾਜ਼ਰਾ ਨੂੰ ਆਖਿਆ, though you have met me, ਚਾਹੇ ਤੂੰ ਮੈਨੂੰ ਮਿਲੀ ਹੈ, go back to Sarah. ਸਾਰਾ ਦੇ ਕੋਲ ਵਾਪਸ ਜਾ, Obey her. ਉਸ ਦੀ ਗੱਲ ਮੰਨ, She is your mistress. ਉਸ ਦੀ ਆਗਿਆਕਾਰੀ ਕਰ ਕਿਉਂਕਿ ਉਹ ਤੇਰੀ ਮਾਲਕਿਨ ਹੈ। Don't go tell your boss, I met an angel, you have nothing to tell me now. ਇਹ ਨਾ ਹੋਵੇ ਕਿ ਤੁਸੀਂ ਮਾਲਕ ਕੋਲ ਜਾਓ ਅਤੇ ਉਸ ਨੂੰ ਕਹੋ ਕਿ ਮੈਨੂੰ ਤਾਂ ਦੂਤ ਮਿਲ ਗਿਆ, ਹੁਣ ਤੂੰ ਮੇਰੇ ਕਿਸੇ ਕੰਮ ਦਾ ਨਹੀਂ। The angel says, go and listen. ਦੂਤ ਨੇ ਤਾਂ ਇਹ ਆਖਿਆ ਕਿ ਤੂੰ ਜਾ ਅਤੇ ਉਸ ਦੀ ਗੱਲ ਸੁਣ। Whatever you will meet in life, ਜੋ ਕੁਝ ਵੀ ਤੁਹਾਨੂੰ ਜ਼ਿੰਦਗੀ ਵਿੱਚ ਚਾਹੀਦਾ ਹੈ, it doesn't qualify you to disobey or disbelieve the word. ਚਾਹੇ ਤੁਹਾਨੂੰ ਜ਼ਿੰਦਗੀ 'ਚ ਕੁਝ ਵੀ ਮਿਲ ਜਾਵੇ, ਇਸ ਦੇ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਹੁਣ ਤੁਸੀਂ ਕਿਸੇ ਦੀ ਗੱਲ ਮੰਨਣੀ ਛੱਡ ਦਿਓ। This Hagar, when she was in that wilderness, this angel spoke something special. Spoke. ਜਦੋਂ ਹਾਜ਼ਰਾ ਨੂੰ ਉਹ ਦੂਤ ਉਸ ਉਜਾੜ ਵਿੱਚ ਆ ਕੇ ਮਿਲਿਆ ਤਾਂ ਉਸਨੇ ਉਸ ਦੇ ਨਾਲ ਕੋਈ ਖਾਸ ਗੱਲ ਕੀਤੀ। The angel said, behold, you are with child. ਦੂਤ ਨੇ ਉਸ ਨੂੰ ਕਿਹਾ, You are pregnant. Genesis 16 verse 11. ਓਕੇ 11ਵੀਂ ਆਇਤ ਤੋਂ ਪੜ੍ਹਦੇ ਹਾਂ। ਨਾਲੇ ਹੀ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ, ਵੇਖ ਤੂੰ ਗਰਭਣੀ ਹੈ। The child you are going to bring forth, verse 12, will be a wild man. ਅਤੇ ਉਹ ਬੱਚਾ ਜੋ ਤੂੰ ਜਣੇਗੀ ਉਹ ਜੰਗਲੀ ਖੋਤੇ ਜਿਹਾ ਆਦਮੀ ਹੋਵੇਗਾ। And he will be a fighter with everybody. ਅਤੇ ਉਹ ਹਰ ਇੱਕ ਦੇ ਨਾਲ ਲੜੇਗਾ। This is very strange that somebody has met an angel, but the angel has not changed the character of this woman. ਇਹ ਬੜੀ ਅਜੀਬ ਗੱਲ ਹੈ ਕਿ ਕੋਈ ਦੂਤ ਨੂੰ ਮਿਲਿਆ ਪਰ ਦੂਤ ਨੇ ਉਸ ਦਾ ਚਰਿੱਤਰ ਨਹੀਂ ਬਦਲਿਆ। And the son who was going to be born was going to be a wild man.
ਅਤੇ ਜੋ ਬੱਚਾ ਉਸ ਦਾ ਪੈਦਾ ਹੋਣਾ ਹੈ ਉਹ ਇੱਕ ਜੰਗਲੀ ਖੋਤੇ ਜਿਹਾ ਮਨੁੱਖ ਬਣੇਗਾ। So meeting the angel really didn't upgrade ਇਸ ਲਈ Ishmael and Hagar. ਇਸ ਲਈ ਦੂਤ ਨੂੰ ਮਿਲ ਕੇ ਹਾਜ਼ਰਾ ਅਤੇ ਉਸਦੇ ਪੁੱਤਰ ਵਿੱਚ ਕੋਈ ਬਦਲਾਵ ਨਹੀਂ ਆਇਆ। If we go back to Genesis 4, remember my encouragement at first was please get your table and your Bible. ਅਸੀਂ ਉਤਪਤ 4 ਵਿੱਚ ਵਾਪਸ ਜਾਂਦੇ ਹਾਂ ਅਤੇ ਯਾਦ ਰੱਖੋ ਕਿ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਹੀ ਇਹ ਗੱਲ ਕਹੀ ਸੀ ਕਿ ਆਪਣੇ ਕੋਲ ਮੈਸੇਜ ਅਤੇ ਬਾਈਬਲ ਜ਼ਰੂਰ ਰੱਖੋ And read it every day. ਅਤੇ ਉਸ ਨੂੰ ਹਰ ਰੋਜ਼ ਪੜ੍ਹੋ। The Bible is not for the pastor alone, it's for every believer. ਬਾਈਬਲ ਸਿਰਫ ਪਾਸਟਰ ਦੇ ਲਈ ਨਹੀਂ ਬਲਕਿ ਹਰ ਇੱਕ ਵਿਸ਼ਵਾਸੀ ਦੇ ਲਈ ਹੈ। Genesis 4. ਉਤਪਤ 4 ਅਧਿਆਇ। I can see some brothers are joining me. ਮੈਂ Verse ਵੇਖ ਰਿਹਾ ਹਾਂ 6. ਕਿ ਕੁਝ ਭਾਈ ਮੇਰਾ ਸਾਥ ਦੇ ਰਹੇ ਹਨ। I'll give you 4 verses here, but I won't read everything. ਮੈਂ ਤੁਹਾਨੂੰ ਉਰੇ 4 ਆਇਤਾਂ ਵਿਖਾਵਾਂਗਾ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਬਾਅਦ ਵਿੱਚ ਸਾਰੀਆਂ ਪੜ੍ਹੋ। The Lord said unto Cain, ਤਾਂ Why are ਯਹੋਵਾ you ਨੇ angry? ਕਾਇਨ ਨੂੰ ਆਖਿਆ, Why are you angry? ਤੂੰ ਕਿਉਂ ਕ੍ਰੋਧਵਾਨ ਹੈ? If you read your Bible or listen to us preaching, ਜੇਕਰ ਤੁਸੀਂ ਆਪਣੀ ਬਾਈਬਲ ਨੂੰ ਪੜ੍ਹਿਆ ਹੋਵੇ ਜਾਂ ਸਾਨੂੰ ਪ੍ਰਚਾਰ ਕਰਦੇ ਸੁਣਿਆ ਹੋਵੇ you will hear of Cain and Abel. ਤਾਂ ਤੁਸੀਂ ਕਾਇਨ ਅਤੇ ਹਾਬਲ ਬਾਰੇ ਜ਼ਰੂਰ ਸੁਣਿਆ ਹੋਵੇਗਾ। We all know about Cain and Abel. ਅਸੀਂ ਸਭ ਕਾਇਨ ਅਤੇ ਹਾਬਲ ਨੂੰ ਜਾਣਦੇ ਹਾਂ। Who was the good man? ਇਹਨਾਂ ਵਿੱਚੋਂ ਚੰਗਾ ਵਿਅਕਤੀ ਕੌਣ ਸੀ? Abel. Who was the son of the serpent? ਅਤੇ ਸੱਪ ਦਾ ਵੰਸ਼ ਕੌਣ ਸੀ? Cain. That son of the serpent. ਇਸ ਸੱਪ ਦਾ ਜੋ ਬੱਚਾ ਸੀ। Verse 6 says, The Lord said unto Cain. 6ਵੀਂ ਆਇਤ ਵਿੱਚ ਲਿਖਿਆ ਹੈ ਕਿ ਯਹੋਵਾ ਨੇ ਕਾਇਨ ਨੂੰ ਆਖਿਆ। So does God speak to everybody? Yes. ਤਾਂ ਕੀ ਖੁਦਾ ਦਾ ਸਭ ਨਾਲ ਗੱਲ ਕਰਦਾ ਹੈ? ਜੀ ਬਿਲਕੁਲ ਲਿਖਿਆ ਹੈ। He spoke to Cain and Cain heard what God said. ਉਸਨੇ ਕਾਇਨ ਦੇ ਨਾਲ ਗੱਲ ਕੀਤੀ ਅਤੇ ਕਾਇਨ ਨੇ ਸੁਣਿਆ ਕਿ ਯਹੋਵਾ ਨੇ ਉਸ ਨੂੰ ਕੀ ਆਖਿਆ। Then after God spoke to Cain, ਅਤੇ ਜਦ ਖੁਦਾ ਉਸ ਦੇ ਨਾਲ ਬੋਲ ਹਟਿਆ what we'll have to see is the fact that when God spoke to Cain, Cain did not take action. ਤਾਂ ਇੱਥੇ ਕੀ ਵੇਖਣਾ ਜ਼ਰੂਰੀ ਹੈ ਕਿ ਜਦ ਖੁਦਾ ਕਾਇਨ ਨਾਲ ਬੋਲ ਹਟਿਆ ਤਾਂ ਕਾਇਨ ਨੇ ਕੀ ਕੀਤਾ? ਉਸਨੇ ਉਸ ਦੀ ਗੱਲ ਨਹੀਂ ਮੰਨੀ। And after God has spoken to somebody, ਅਤੇ ਜਦ ਖੁਦਾ ਕਿਸੇ ਮਨੁੱਖ ਨਾਲ ਗੱਲ ਕਰੇ we may find that that somebody does not take action. ਤਾਂ ਫਿਰ ਅਸੀਂ ਵੇਖ ਸਕਦੇ ਹਾਂ ਕਿ ਸ਼ਾਇਦ ਉਹ ਵਿਅਕਤੀ ਉਸ ਚੀਜ਼ ਉੱਤੇ ਅੱਗੇ ਨਾ ਵਧੇ ਜਾਂ ਉਸ ਦੀ ਗੱਲ ਨੂੰ ਨਾ ਮੰਨੇ। But their weapon will be, God spoke to me. I said, when God spoke to Cain, ਜਦੋਂ ਖੁਦਾ ਨੇ ਕਾਇਨ ਨਾਲ ਗੱਲ ਕੀਤੀ we'll see as we go on that Cain did not do anything about it. ਤਾਂ ਅਸੀਂ ਵੇਖਦੇ ਹਾਂ ਕਿ ਕਾਇਨ ਨੇ ਖੁਦਾ ਦੇ ਵੱਲੋਂ ਕਹੀ ਹੋਈ ਗੱਲ ਉੱਤੇ ਕੋਈ ਹਰਕਤ ਨਹੀਂ ਕੀਤੀ। And when God speaks to me or to my friend here, ਅਤੇ ਜਦ ਖੁਦਾ ਮੇਰੇ ਨਾਲ ਜਾਂ ਮੇਰਾ ਜੋ ਦੋਸਤ ਹੈ ਇਸ ਨਾਲ ਗੱਲ ਕਰੇ that doesn't make us Christians. ਤਾਂ ਇਹ ਸਾਨੂੰ ਮਸੀਹ ਨਹੀਂ ਬਣਾ ਦਿੰਦਾ। It just means God spoke to us. ਇਸ ਦਾ ਮਤਲਬ ਸਿਰਫ ਇਹੀ ਹੈ ਕਿ ਖੁਦਾ ਨੇ ਬਸ ਸਾਡੇ ਨਾਲ ਗੱਲ ਕੀਤੀ। We still want to know what God said. ਪਰ ਫਿਰ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਖੁਦਾ ਨੇ ਕੀ ਆਖਿਆ। And then we want to know what he or he did about it. ਅਤੇ ਉਸ ਤੋਂ ਬਾਅਦ ਇਹ ਦੇਖਣਾ ਜ਼ਰੂਰੀ ਹੈ ਕਿ ਇਸ ਨੇ ਮੈਂ ਜਾਂ ਭਾਈ ਨੇ ਖੁਦਾ ਦੀ ਗੱਲ ਨੂੰ ਸੁਣ ਕੇ ਉਸ ਤੇ ਕੀ ਐਕਸ਼ਨ ਲਿਆ, ਕੀ ਅਸੀਂ ਕੁਝ ਕੀਤਾ। You will hear the pastor preaching to you and say, repent. ਤੁਸੀਂ ਆਪਣੇ ਪ੍ਰਚਾਰਕ ਨੂੰ ਸੁਣਦੇ ਹੋ ਪ੍ਰਚਾਰ ਕਰਦੇ ਕਿ ਤੌਬਾ ਕਰੋ। That is said to everybody, the good and the bad. ਹੁਣ ਇਹ ਗੱਲ ਹਰ ਇੱਕ ਨੂੰ ਕਹੀ ਗਈ ਹੈ, ਚਾਹੇ ਉਹ ਚੰਗਾ ਹੋਵੇ ਜਾਂ ਮਾੜਾ ਹੋਵੇ, The Cain and the Abel. ਚਾਹੇ ਕੋਈ ਕਾਇਨ ਹੋਵੇ ਚਾਹੇ ਹਾਬਲ ਹੋਵੇ। Somebody will do nothing about it. ਇੱਕ ਵਿਅਕਤੀ ਤਾਂ ਹੋਵੇਗਾ ਜੋ ਉਸ ਦੇ ਉੱਤੇ ਕੋਈ ਪ੍ਰਤੀਕਿਰਿਆ ਜਾਂ ਫਿਰ ਕੋਈ ਵੀ ਐਕਸ਼ਨ ਨਹੀਂ ਲਵੇਗਾ, But somebody else will repent. ਪਰ ਇੱਕ ਹੋਵੇਗਾ ਜੋ ਤੌਬਾ ਜ਼ਰੂਰ ਕਰੇਗਾ। Then God will come back to those who have repented and say, be baptized by being immersed in water once in the name of Jesus Christ. ਫਿਰ ਖੁਦਾ ਵਾਪਸ ਆਵੇਗਾ ਉਹਨਾਂ ਕੋਲ ਜਿਨ੍ਹਾਂ ਨੇ ਖੁਦਾ ਦੀ ਗੱਲ ਨੂੰ ਮੰਨਿਆ ਅਤੇ ਉਹਨਾਂ ਨੂੰ ਆਖੇਗਾ ਕਿ ਹੁਣ ਬਪਤਿਸਮਾ ਲਓ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ। Somebody will do something about it. ਕੋਈ ਵਿਅਕਤੀ ਹੋਵੇਗਾ ਜੋ ਉਸ ਖੁਦਾ ਦੀ ਗੱਲ ਨੂੰ ਮੰਨੇਗਾ। I did. I was baptized.
ਮੈਂ ਉਸ ਦੀ ਗੱਲ ਨੂੰ ਮੰਨਿਆ ਅਤੇ ਮੈਂ ਬਪਤਿਸਮਾ ਲਿਆ। And somebody else will do nothing about it. ਪਰ ਕੋਈ ਹੁੰਦਾ ਹੈ ਜੋ ਉਸ ਦੇ ਬਾਰੇ ਕੁਝ ਨਹੀਂ ਕਰਦਾ। And this is the principle that matters in Christianity. ਹੁਣ ਮਸੀਹਤ ਵਿੱਚ ਇਹ ਸਿਧਾਂਤ ਹੈ ਜੋ ਜ਼ਰੂਰੀ ਹੈ। When God speaks, ਜਦੋਂ ਖੁਦਾ ਗੱਲ ਕਰੇ that doesn't terminate or end your journey. ਤਾਂ ਇਹ ਤੁਹਾਡੀ ਕਹਾਣੀ ਨੂੰ ਜਾਂ ਤੁਹਾਡੇ ਸਫ਼ਰ ਨੂੰ ਮੁਕਾ ਨਹੀਂ ਦਿੰਦਾ। When God speaks, that's the start of your journey. When God speaks to you, that's the beginning of your journey. ਜਦੋਂ ਖੁਦਾ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਇਹ ਤਾਂ ਤੁਹਾਡੇ ਸਫ਼ਰ ਦੀ ਸ਼ੁਰੂਆਤ ਹੈ। God is now wanting to see what you do about what He said. ਹੁਣ ਖੁਦਾ ਵੇਖਣਾ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਕਹੀ ਗਈ ਗੱਲ ਉੱਤੇ ਕੀ ਐਕਸ਼ਨ ਲੈਂਦੇ ਹੋ, ਕੀ ਕਰਦੇ ਹੋ। So when God sends us, ਅਤੇ ਜਦ ਖੁਦਾ ਸਾਨੂੰ ਭੇਜਦਾ ਹੈ we make sure that what God sent us to say, we have said it. ਅਤੇ ਜਦੋਂ ਖੁਦਾ ਨੇ ਸਾਨੂੰ ਭੇਜਿਆ ਤਾਂ ਅਸੀਂ ਇਹ ਜ਼ਰੂਰੀ ਕਰਦੇ ਹਾਂ ਕਿ ਜੋ ਉਸਨੇ ਸਾਨੂੰ ਕਹਿਣ ਲਈ ਭੇਜਿਆ After ਅਸੀਂ we ਉਹ say ਕਹੀਏ। it, ਜਦੋਂ ਅਸੀਂ ਇਹ ਕਹਿ ਹਟਦੇ then ਹਾਂ God is watching to see what we are going to do about it. ਫਿਰ ਖੁਦਾ ਵੇਖਦਾ ਹੈ ਕਿ ਅਸੀਂ ਇਸ ਦੇ ਉੱਤੇ ਕੀ ਐਕਸ਼ਨ ਲੈਂਦੇ ਹਾਂ। When Cain was told, "Why are you angry?" ਜਦੋਂ ਕਾਇਨ ਨੂੰ ਆਖਿਆ ਗਿਆ ਕਿ ਤੂੰ ਗੁੱਸਾ ਕਿਉਂ ਹੈ he did nothing about it. ਤਾਂ ਉਸਨੇ ਇਸ ਬਾਰੇ ਕੁਝ ਨਹੀਂ ਕੀਤਾ। The next thing, when he was talking to Abel, ਅਤੇ ਅਗਲੀ ਚੀਜ਼ ਉਹ ਅਸੀਂ ਵੇਖਦੇ ਹਾਂ ਕਿ ਜਦੋਂ ਹਾਬਲ ਨਾਲ ਗੱਲ ਕਰ ਰਿਹਾ ਸੀ he slew Abel ਤਾਂ ਉਸਨੇ ਹਾਬਲ ਨੂੰ ਮਾਰ ਸੁੱਟਿਆ and killed Abel. ਅਤੇ ਉਸ ਨੂੰ ਮਾਰ ਕੇ And ਸੁੱਟ ਦਿੱਤਾ। God came again ਅਤੇ ਖੁਦਾ ਫਿਰ ਵਾਪਸ ਆਇਆ to this murderer ਇਸ ਖੂਨੀ ਦੇ ਕੋਲ and said to Cain, "Where is Abel, your brother?" ਤਾਂ ਫਿਰ ਖੁਦਾ ਨੇ ਆ ਕੇ ਕਾਇਨ ਨੂੰ ਆਖਿਆ ਕਿ ਤੇਰਾ ਭਰਾ ਹਾਬਲ ਕਿੱਥੇ ਹੈ। When God talks to you, is that the end of the story? ਜਦੋਂ ਖੁਦਾ ਤੁਹਾਡੇ ਨਾਲ ਗੱਲ ਕਰਦਾ ਹੈ ਕੀ ਇਹ ਕਹਾਣੀ ਦਾ ਅੰਤ ਹੋ ਜਾਂਦਾ ਹੈ? No, that's the beginning of your ਨਹੀਂ, story. ਇਹ ਤਾਂ ਤੁਹਾਡੀ ਕਹਾਣੀ ਦੀ ਸ਼ੁਰੂਆਤ ਹੈ। So now you are waiting to see. Each time God speaks, he comes back to check. ਤਾਂ ਅਸੀਂ ਕੀ ਵੇਖਦੇ ਹਾਂ ਕਿ ਜਦ ਵੀ ਖੁਦਾ ਨੇ ਗੱਲ ਕੀਤੀ ਉਹ ਵਾਪਸ ਜ਼ਰੂਰ ਆਉਂਦਾ ਹੈ ਵੇਖਣ ਲਈ ਕਿ ਕੀ ਤੁਸੀਂ ਕੋਈ ਐਕਸ਼ਨ ਲਿਆ। Even unimportant people like myself, if I am sent, I will say something, definitely. Even people who are not very important, when I am sent to you, I will say something. ਚਾਹੇ ਮੇਰੇ ਵਰਗੇ ਲੋਕ ਜੋ ਕੁਝ ਖਾਸ ਲੋਕ ਨਹੀਂ ਹਨ ਉਹ ਵੀ ਇੱਥੇ ਆਉਣ ਤਾਂ ਉਹ ਕੁਝ ਕਹਿੰਦੇ ਹਨ। And God is using that to watch what you are going to do about it. ਅਤੇ ਫਿਰ ਖੁਦਾ ਇਸ ਨੂੰ ਇਸਤੇਮਾਲ ਕਰਦਾ ਹੈ ਉਹ ਵੇਖਣ ਦੇ ਲਈ ਕਿ ਤੁਸੀਂ ਉਸ ਦੇ ਉੱਤੇ ਕੀ ਐਕਸ਼ਨ ਲਿਆ। Either you will do something or you will do nothing about it. ਜਾਂ ਤਾਂ ਇਹ ਹੋਵੇਗਾ ਕਿ ਤੁਸੀਂ ਗੱਲ ਮੰਨ ਲਈ ਅਤੇ ਉਸ ਦੇ ਉੱਤੇ ਅੱਗੇ ਵਧੇ, ਜਾਂ ਇਹ ਹੋਵੇਗਾ ਕਿ ਤੁਸੀਂ ਗੱਲ ਸੁਣੀ ਹੀ ਨਹੀਂ, ਇਗਨੋਰ ਕਰ ਦਿੱਤੀ। Then God will come again and talk to you. ਅਤੇ ਖੁਦਾ ਉਸ ਤੋਂ ਬਾਅਦ ਫਿਰ ਦੁਬਾਰਾ ਆ ਕੇ ਤੁਹਾਡੇ ਨਾਲ So ਗੱਲ he ਕਰੇਗਾ। came the second time to Cain and says, "Where is Abel?" ਅਤੇ ਇੱਥੇ ਦੇਖਦੇ ਹਾਂ ਕਿ ਖੁਦਾ ਫਿਰ ਕਾਇਨ ਕੋਲ ਆਇਆ ਅਤੇ ਆਖਿਆ ਕਿ ਤੇਰਾ ਭਰਾ ਹਾਬਲ ਕਿੱਥੇ ਹੈ। And he answered God very roughly. ਤਾਂ ਫਿਰ ਉਸਨੇ Rough. ਉਸਨੇ ਬੜਾ ਰੁੱਖੇ ਤੌਰ ਤੇ ਖੁਦਾ ਨੂੰ ਜਵਾਬ ਦਿੱਤਾ। He says, "Am I my brother's keeper?" ਤਾਂ ਕੀ ਉਹ ਆਖਦਾ ਕਿ ਕੀ ਮੈਂ ਆਪਣੇ ਭਰਾ ਦਾ ਰਾਖਾ ਹਾਂ? That's your problem. ਇਹ ਤਾਂ ਤੇਰੀ ਪ੍ਰੋਬਲਮ ਹੈ। And God says, "Hey, the way you are answering me, you are now cursed." ਤਾਂ ਖੁਦਾ ਨੇ ਆਖਿਆ ਜਿਸ ਤਰੀਕੇ ਨਾਲ ਤੂੰ ਮੇਰੇ ਨਾਲ ਗੱਲ ਕੀਤੀ ਤਾਂ ਹੁਣ ਤੂੰ ਸ਼ਰਾਪੀ ਹੈ। So when you work in your field, it won't give you enough. ਇਸ ਲਈ ਜਦ ਤੂੰ ਜ਼ਮੀਨ ਨੂੰ ਵਾਹੀ ਕਰੇਗਾ ਤਾਂ ਤੈਨੂੰ ਉਹ ਪੂਰਾ ਫਲ ਨਹੀਂ ਦੇਵੇਗੀ। You will be a fugitive and you'll be a vagabond. On the ਤੂੰ ਇੱਕ earth. ਭਗੌੜਾ ਤੇ ਭੌਂਦੂ ਹੋਵੇਗਾ। Cain heard what God said. ਕਾਇਨ ਨੇ ਸੁਣਿਆ ਯਹੋਵਾ ਨੇ ਕੀ ਆਖਿਆ। I was just fellowshipping with my brother there and we were talking about, oh, somebody must have heard what we were talking about. ਮੈਂ ਭਾਈ ਨਾਲ ਸੰਗਤੀ ਕਰ ਰਿਹਾ ਸੀ ਅਤੇ ਮੈਂ ਆਖਿਆ ਕਿ ਹਾਂ ਕਿਸੇ ਨੇ ਸਾਡੀ ਗੱਲ ਨੂੰ ਸੁਣ ਲਿਆ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। So Cain heard ਅਤੇ ਦੇਖਦੇ ਹਾਂ ਕਿ ਕਾਇਨ ਨੇ ਸੁਣਿਆ and he protested God and he says, "My judgment and my punishment is too great." ਤਾਂ ਉਸਨੇ ਖੁਦਾ ਦਾ ਸਾਹਮਣਾ ਕੀਤਾ ਤੇ ਆਖਿਆ ਜੋ ਸਜ਼ਾ ਤੂੰ ਮੈਨੂੰ ਦਿੱਤੀ ਹੈ ਬਹੁਤ ਵੱਡੀ ਹੈ। Or it's not fair. ਉਸਨੇ ਕਿਹਾ ਕਿ ਇਹ ਚੰਗੀ ਗੱਲ ਨਹੀਂ ਹੈ। Then God said to Cain, ਫਿਰ ਖੁਦਾ ਨੇ ਕਾਇਨ ਨੂੰ ਆਖਿਆ "I'm going to talk to you some more." ਮੈਂ ਤੁਹਾਡੇ ਨਾਲ ਕੁਝ ਹੋਰ ਗੱਲ ਕਰਾਂਗਾ, ਇੱਧਰ ਆਓ। Come here. ਇੱਧਰ ਆ। I'm going to put a mark on you.
ਮੈਂ ਤੇਰੇ ਉੱਤੇ ਇੱਕ ਨਿਸ਼ਾਨ, ਇੱਕ ਚਿੰਨ੍ਹ ਲਗਾਵਾਂਗਾ। So I want to say something here. ਮੈਂ ਇੱਥੇ ਕੁਝ ਆਖਣਾ ਚਾਹੁੰਦਾ ਹਾਂ। The mark that God put on Cain, Oh, Cain knew about it. ਉਹ ਚਿੰਨ੍ਹ ਜੋ ਨਿਸ਼ਾਨ ਜੋ ਖੁਦਾ ਨੇ ਕਾਇਨ ਉੱਤੇ ਲਗਾਇਆ ਸੀ, ਕਾਇਨ ਨੂੰ ਉਸ ਦੇ ਬਾਰੇ ਪਤਾ ਸੀ। Did you hear that? ਕੀ ਤੁਸੀਂ ਇਸ ਨੂੰ ਸੁਣਿਆ? He wasn't just marked by an invisible mark. ਇਹ ਨਹੀਂ ਹੋਇਆ ਕਿ ਖੁਦਾ ਨੇ ਕੋਈ ਅਣਡਿੱਠ ਚਿੰਨ੍ਹ ਉਸ ਦੇ ਉੱਤੇ ਲਗਾ ਦਿੱਤਾ ਕਿ ਉਸ ਨੂੰ ਦਿਖਦਾ ਨਹੀਂ। He was marked by something visible. ਉਸ ਨੂੰ ਕਿਸੇ ਐਸੀ ਚੀਜ਼ ਦੁਆਰਾ ਚਿੰਨ੍ਹਿਤ ਕੀਤਾ ਗਿਆ ਜੋ ਵੇਖ ਸਕਦੇ ਹਾਂ। And God says, anyone seeing that mark ਅਤੇ will ਖੁਦਾ not kill Cain. ਖੁਦਾ ਨੇ ਆਖਿਆ ਕੋਈ ਵੀ ਜੋ ਉਸ ਚਿੰਨ੍ਹ ਨੂੰ ਵੇਖੇਗਾ ਫਿਰ ਉਹ ਕਾਇਨ ਨੂੰ ਨਹੀਂ ਮਰੇਗਾ। Can I just take the liberty to say, when somebody disbelieves the word, it's visible. ਕਿ ਮੈਂ ਇਸ ਚੀਜ਼ ਦੀ ਆਜ਼ਾਦੀ ਮਹਿਸੂਸ ਕਰਾਂ ਇਹ ਕਹਿਣ ਦੀ ਕਿ ਜਦ ਕੋਈ ਵਚਨ ਦਾ ਅਵਿਸ਼ਵਾਸ ਕਰਦਾ ਹੈ ਤਾਂ ਇਹ ਚੀਜ਼ ਵੇਖੀ ਜਾਂਦੀ ਹੈ। So when God gives an instruction, ਜਦੋਂ ਖੁਦਾ ਕੋਈ ਆਗਿਆ ਦਵੇ and you don't believe it, ਅਤੇ ਤੁਸੀਂ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, God comes to check and he sees you have not done it. ਤਾਂ ਖੁਦਾ ਵਾਪਸ ਆਉਂਦਾ ਹੈ ਅਤੇ ਵੇਖਦਾ ਹੈ ਕਿ ਤੁਸੀਂ ਉਸ ਦੀ He ਗੱਲ ਨਹੀਂ talks to ਮੰਨੀ। you the second time. ਤਾਂ ਉਹ ਦੂਜੀ ਵਾਰ ਤੁਹਾਡੇ ਨਾਲ ਗੱਲ ਕਰਦਾ ਹੈ And still you don't do it. ਅਤੇ ਫਿਰ ਵੀ ਜੇਕਰ ਤੁਸੀਂ ਨਹੀਂ ਉਸ ਨੂੰ Then ਕਰਦੇ you're asking God to put a mark on you. ਤਾਂ ਫਿਰ ਤੁਸੀਂ ਖੁਦਾ ਨੂੰ ਕਹਿ ਰਹੇ ਹੋ ਕਿ ਮੇਰੇ ਉੱਤੇ ਇੱਕ ਚਿੰਨ੍ਹ ਲਗਾ ਦੇ। And the mark is a visible position. ਅਤੇ ਉਹ ਚਿੰਨ੍ਹ ਵੇਖਿਆ ਜਾਵੇਗਾ, ਡਿੱਠ Visible. ਉਹ ਇੱਕ ਵੇਖਣ ਵਾਲਾ ਚਿੰਨ੍ਹ ਹੋਵੇਗਾ ਜਿਸ ਨੂੰ ਹਰ ਕੋਈ ਵੇਖ ਸਕੇਗਾ। It will not be difficult to say this man has refused this. ਅਤੇ ਫਿਰ ਇਹ ਕਹਿਣਾ ਔਖਾ ਨਹੀਂ ਹੋਵੇਗਾ, ਤੁਸੀਂ ਵੇਖ ਕੇ ਕਹਿ ਸਕੋਗੇ ਇਸ ਵਿਅਕਤੀ ਨੇ ਖੁਦਾ ਦੀ ਗੱਲ ਨੂੰ ਠੁਕਰਾ ਦਿੱਤਾ। And if you read Genesis 4 verse 15, that's the mark. ਜੇਕਰ ਤੁਸੀਂ ਉਤਪਤ ਉਸ ਦੀ ਚੌਥੇ ਅਧਿਆਏ ਵਿੱਚ 15ਵੀਂ ਆਇਤ ਪੜ੍ਹੋ Brother Branham called it the mark of unbelief. ਤਾਂ ਭਾਈ ਬ੍ਰਾਨਮ ਨੇ ਇਸ ਨੂੰ ਕਿਹਾ ਅਵਿਸ਼ਵਾਸ ਦਾ ਚਿੰਨ੍ਹ। So the moment you see Cain, he will tell you, I don't believe that. ਅਤੇ ਜਦੋਂ ਹੀ ਹੁਣ ਤੁਸੀਂ ਕਾਇਨ ਨੂੰ ਵੇਖੋਗੇ ਤਾਂ ਤੁਸੀਂ ਵੇਖ ਕੇ ਕਹਿ ਦੋਗੇ ਕਿ ਇਸ ਨੇ ਖੁਦਾ ਦੀ ਗੱਲ ਨਹੀਂ ਮੰਨੀ। He thinks he's being a boss or he's being smart, but he doesn't know he's telling you he's marked. ਕਾਇਨ ਤਾਂ ਸੋਚ ਰਿਹਾ ਹੈ ਕਿ ਮੈਂ ਬਹੁਤ ਬੁੱਧੀਵਾਨ ਹਾਂ ਜਾਂ ਬਹੁਤ ਵਧੀਆ ਬੰਦਾ ਹਾਂ, ਪਰ ਇਹ ਤਾਂ ਇਹ ਹੋ ਗਿਆ ਕਿ ਉਸ ਦੇ ਉੱਤੇ ਇੱਕ ਚਿੰਨ੍ਹ ਲਗਾ ਦਿੱਤਾ ਗਿਆ ਜੋ ਲੋਕ ਵੇਖ ਸਕਦੇ ਹਨ ਕਿ ਇਹ ਅਵਿਸ਼ਵਾਸੀ ਹੈ। So how do you avoid being marked by unbelief? ਤਾਂ ਹੁਣ ਅਸੀਂ ਕਿਵੇਂ ਇਹ ਪੱਕਾ ਕਰੀਏ ਕਿ ਸਾਡੇ ਉੱਤੇ ਇਹ ਚਿੰਨ੍ਹ ਨਾ ਲੱਗੇ? When God gives an instruction, do it, then you won't be marked by God. ਤਾਂ ਜਦੋਂ ਹੀ ਖੁਦਾ ਕੋਈ ਆਗਿਆ ਦਵੇ ਜਦੇ ਕਰ ਦੋ ਤਾਂ ਫਿਰ ਤੁਹਾਡੇ ਤੇ ਇਹ ਨਿਸ਼ਾਨ ਨਹੀਂ ਲੱਗੇਗਾ। He will actually give you another mark which is called the seal of God. ਤਾਂ ਫਿਰ ਤੁਹਾਨੂੰ ਇੱਕ ਅਲੱਗ ਨਿਸ਼ਾਨ ਦੇਵੇਗਾ ਜਿਸ ਨੂੰ ਖੁਦਾ ਦੀ ਮੋਹਰ ਕਿਹਾ ਜਾਂਦਾ ਹੈ। The baptism of the Holy Ghost. ਪਵਿੱਤਰ ਆਤਮਾ ਦਾ ਬਪਤਿਸਮਾ। Sarai, Abraham's wife, not having children, we read that scripture, ਅਬਰਾਹਮ ਦੀ ਪਤਨੀ ਸਾਰਾ, ਉਸ ਦੇ ਕੋਲ ਕੋਈ ਬੱਚਾ ਨਹੀਂ ਸੀ, ਅਸੀਂ ਸਾਇਤ ਨੂੰ ਪੜ੍ਹਿਆ। took her handmaid Hagar and gave her to Abraham. ਉਸਨੇ ਆਪਣੀ ਗੋਲੀ ਹਾਜ਼ਰਾ ਨੂੰ ਲਿਆ ਅਤੇ ਅਬਰਾਹਮ ਨੂੰ ਦੇ ਦਿੱਤਾ। Abraham had a child with Hagar. ਅਤੇ ਅਬਰਾਹਮ ਅਤੇ ਹਾਜ਼ਰਾ ਨੇ ਇੱਕ ਬੱਚਾ ਪੈਦਾ ਕੀਤਾ। Abraham listened or hearkened to the voice of Sarai. ਲਿਖਿਆ ਹੈ ਕਿ ਅਬਰਾਹਮ ਨੇ ਸਾਰਾ ਦੀ ਗੱਲ ਮੰਨੀ। And why I'm talking to you about Abraham is it covers every one of us. ਮੈਂ ਤੁਹਾਡੇ ਵਿੱਚ ਅਬਰਾਹਮ ਦੀ ਗੱਲ ਕਿਉਂ ਕਰ ਰਿਹਾ ਹਾਂ? ਕਿਉਂਕਿ ਅਬਰਾਹਮ ਸਾਡੇ ਸਭਨਾਂ ਦੀ ਤਸਵੀਰ ਹੈ ਜਾਂ ਅਸੀਂ ਉਸ ਵਿੱਚ ਵੇਖੇ ਜਾਂਦੇ ਹਾਂ। You are the Abraham of today. ਤੁਸੀਂ ਅੱਜ ਦੇ ਅਬਰਾਹਮ ਹੋ। And that includes brothers and sisters. ਅਤੇ ਇਸ ਵਿੱਚ ਭਾਈ ਅਤੇ ਭੈਣਾਂ ਦੋਨੋਂ ਆਉਂਦੇ ਹਨ। Because we're not talking about the gender of Abraham, but the faith of Abraham. ਕਿਉਂਕਿ ਅਸੀਂ ਅਬਰਾਹਮ ਦੇ ਲਿੰਗ ਦੀ ਗੱਲ ਨਹੀਂ ਕਰ ਰਹੇ ਕਿ ਉਹ ਮਨੁੱਖ ਬੰਦਾ ਸੀ ਜਾਂ ਔਰਤ, ਪਰ ਅਸੀਂ ਉਸ ਦੇ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ। Abraham listened to the voice of Sarah. ਅਬਰਾਹਮ ਨੇ ਸਾਰਾ ਦੀ ਗੱਲ ਮੰਨੀ। Abraham had this thing which slowed him down.
it slowed him down. ਅਬਰਾਹਮ ਨੇ ਇੱਕ ਐਸਾ ਕੰਮ ਕੀਤਾ ਜਿਸ ਦੇ ਨਾਲ ਉਹ ਨੀਵਾ ਕੀਤਾ ਗਿਆ ਜਾਂ ਛੋਟਾ ਹੋ ਗਿਆ। He didn't achieve what he could have achieved. ਉਹ ਉਸ ਜਗ੍ਹਾ ਤੇ ਨਹੀਂ ਪਹੁੰਚਿਆ ਜਿੱਥੇ ਉਹ ਪਹੁੰਚ ਸਕਦਾ ਸੀ। For example, you and me, ਇੱਕ ਉਦਾਹਰਨ ਦੇ ਤੌਰ ਤੇ ਮੈਂ ਅਤੇ ਭਾਈ, when I was 18 or 20, ਜਦੋਂ ਮੈਂ 18 ਜਾਂ 20 ਸਾਲ ਦਾ ਸੀ, I would go into my house and there was a little hole there in the ceiling. ਅਤੇ ਮੇਰੇ ਘਰ ਵਿੱਚ ਇੱਕ ਕਮਰੇ ਦੇ ਵਿੱਚ ਇੱਕ ਦੀਵਾਰ ਸੀ, ਇੱਕ ਕੰਧ ਬਣੀ ਹੋਈ ਸੀ ਉੱਪਰ ਛੱਤ ਉੱਤੇ, It's called a trap door or an opening. ਜਿਸ ਨੂੰ ਇੱਕ ਟ੍ਰੈਪ ਡੋਰ ਜੋ ਓਪਨਿੰਗ ਕਿਹਾ ਜਾਂਦਾ, ਮਤਲਬ ਇੱਕ ਖੁੱਲੀ ਜਗ੍ਹਾ ਜਿਸ ਦੇ ਵਿੱਚ ਅਸੀਂ ਜਾ ਸਕੀਏ। I would just jump and hold the edge. ਜਿਸ ਤਰ੍ਹਾਂ ਕੋਈ ਰੋਸ਼ਨਦਾਨ ਬਣਿਆ ਹੁੰਦਾ ਹੈ, ਭਾਈ ਕਹਿੰਦੇ ਮੈਂ ਛਾਲ pull ਮਾਰਦਾ ਸੀ myself ਤੇ up. ਭਾਈ ਕਹਿੰਦੇ ਮੈਂ ਛਾਲ ਮਾਰਦਾ ਸੀ, ਉਸ ਰੋਸ਼ਨਦਾਨ ਵਿੱਚ ਹੱਥ ਪਾ ਲੈਂਦਾ ਸੀ ਤੇ ਉਸ ਦੇ ਵਿੱਚੋਂ ਨਿਕਲ ਜਾਂਦਾ ਸੀ And jump inside. ਅਤੇ ਬਾਹਰ ਚਲਾ ਜਾਂਦਾ ਸੀ ਜਾਂ ਅੰਦਰ ਆ ਜਾਂਦਾ But ਸੀ। if you ask me to do that today, ਪਰ ਜੇਕਰ ਤੁਸੀਂ ਕਹੋ ਕਿ ਉਹ ਚੀਜ਼ ਮੈਂ ਅੱਜ ਕਰਕੇ ਵਿਖਾਵਾਂ, you'd have to put lots of mattresses at the bottom. ਫਿਰ ਤੁਹਾਨੂੰ ਨੀਚੇ ਬਹੁਤ ਸਾਰੇ ਗੱਦੇ ਵਿਛਾਉਣੇ ਪੈਣੇ ਹਨ। I'm not as flexible. ਮੈਂ ਹੁਣ ਉਨਾ ਲਚਕੀਲਾ ਨਹੀਂ ਰਿਹਾ So my weight is wearing me down. ਅਤੇ ਹੁਣ ਮੇਰਾ ਵਜ਼ਨ ਮੈਨੂੰ ਨੀਚੇ ਖਿੱਚ ਲਵੇਗਾ। When I was 18, 20, ਜਦੋਂ ਮੈਂ 18-20 ਸਾਲ ਦਾ ਸੀ I would run for maybe 10 kilometers. ਤਾਂ ਮੈਂ 10-10 ਕਿਲੋਮੀਟਰ ਭੱਜ ਸਕਦਾ ਸੀ। If you ask me to run now, ਪਰ ਜੇਕਰ ਅੱਜ ਤੁਸੀਂ ਕਹੋ ਕਿ ਭੱਜ ਕੇ ਵਿਖਾਓ, all those boys and girls would outrun me easily. ਤਾਂ ਇਹ ਸਾਰੇ ਭਾਈ ਭੈਣ ਮੇਰੇ ਤੋਂ ਅੱਗੇ ਲੰਘ ਜਾਣਗੇ ਭੱਜ ਕੇ। So Abraham was slowed down by these things. ਇਸ ਲਈ ਇਸ ਚੀਜ਼ ਦੇ ਦੁਆਰਾ ਅਬਰਾਹਮ ਛੋਟਾ ਕੀਤਾ ਗਿਆ। When he was sent out of Chaldea, he came to Haran. ਜਦੋਂ ਉਸ ਨੂੰ ਕਲਦੀਆਂ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਹਰਾਨ ਵਿੱਚ ਘੱਲਿਆ ਗਿਆ। Terah settled there. ਜਦੋਂ ਉਸ ਨੂੰ ਕਸਦੀਆਂ ਵਿੱਚੋਂ ਬਾਹਰ ਆਇਆ ਤਾਂ ਉਹ ਹਰਾਨ ਵਿੱਚ ਪਹੁੰਚਿਆ Terah settled there. ਅਤੇ ਤਾਰਾ ਉੱਥੇ ਰੁਕ ਗਿਆ। And Abram was grounded. Grounded means made to settle there. ਅਤੇ ਫਿਰ ਅਬਰਾਹਮ ਨੂੰ ਵੀ ਆਪਣੇ ਬਾਪ ਤਾਰਾ ਦੇ ਨਾਲ ਉੱਥੇ ਰੁਕਣਾ ਪਿਆ ਤੇ ਉੱਥੇ ਆਪਣਾ ਤੰਬੂ ਲਗਾਉਣਾ ਪਿਆ। So instead of walking every day is a step towards Canaan, he had many days where he was in one place. ਹੁਣ ਇਸ ਦੀ ਬਜਾਏ ਕਿ ਉਹ ਕਨਾਨ ਵੱਲ ਅੱਗੇ ਵਧਦਾ ਜਾਵੇ, ਉਹ ਬਹੁਤ ਸਮੇਂ ਦੇ ਲਈ ਇੱਕ ਜਗ੍ਹਾ ਤੇ ਰੁਕ ਗਿਆ। When you are a Christian, every day should be a step towards the rapture. ਜਦੋਂ ਤੁਸੀਂ ਇੱਕ ਮਸੀਹ ਹੁੰਦੇ ਹੋ ਤਾਂ ਤੁਹਾਡਾ ਹਰ ਇੱਕ ਦਿਨ ਰੈਪਚਰ ਦੇ ਵੱਲ ਇੱਕ ਅਗਲਾ ਕਦਮ ਹੋਣਾ ਚਾਹੀਦਾ ਹੈ। But you can be in the same place every day for 1 year, 5 years, 10 years, 20 years, no advance. ਪਰ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਇੱਕ ਦਿਨ ਦੇ ਲਈ, ਇੱਕ ਮਹੀਨੇ, ਇੱਕ ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਇੱਕੋ ਜਗ੍ਹਾ ਤੇ ਠਹਿਰੇ ਰਹੋ। The story of Terah grounded Abraham. Now we're together. ਹੁਣ ਤਾਰਾ ਦੀ ਕਹਾਣੀ ਅਸੀਂ ਵੇਖਦੇ ਹਾਂ ਕਿ ਉਸਨੇ ਅਬਰਾਹਮ ਨੂੰ ਇੱਕ ਜਗ੍ਹਾ ਤੇ ਰੋਕ ਲਿਆ। The story of Hagar grounded Abraham. ਹਾਜ਼ਰਾ ਦੀ ਕਹਾਣੀ ਨੇ ਅਬਰਾਹਮ ਨੂੰ ਇੱਕ ਜਗ੍ਹਾ ਤੇ ਰੋਕ ਲਿਆ। When he was previously praying for Isaac to come, ਜਦੋਂ ਪਿੱਛੇ ਉਹ ਪ੍ਰਾਰਥਨਾ ਕਰ ਰਿਹਾ ਸੀ ਕਿ ਖੁਦਾ ਇਜ਼ਹਾਕ ਦਵੇ, ਉਸ ਨੂੰ ਜਾਂ ਇੱਕ ਬੇਟਾ ਦਵੇ, Ishmael came, Abraham relaxed, says, it's okay, I don't need to pray for a child now. ਅਤੇ ਜਦੋਂ ਇਸਮਾਇਲ ਪੈਦਾ ਹੋ ਗਿਆ ਤਾਂ ਉਸਨੇ ਪ੍ਰਾਰਥਨਾ ਕਰਨੀ ਬੰਦ ਕਰਤੀ ਕਿ ਬਸ ਹੁਣ ਮੈਨੂੰ ਖੁਦਾ ਦੁਆਰਾ ਇੱਕ ਪੁੱਤਰ ਮਿਲ ਗਿਆ। So he's grounded. ਤਾਂ ਫਿਰ ਇਹਦਾ ਮਤਲਬ ਕਿ ਉਹ ਠਹਿਰ ਗਿਆ ਉੱਥੇ। When Sarah gave Abraham Hagar, or gave Hagar to Abraham, ਜਦੋਂ ਸਾਰਾ ਨੇ ਅਬਰਾਹਮ ਨੂੰ ਹਾਜ਼ਰਾ ਦਿੱਤੀ Sarah was grounded. ਤਾਂ ਸਾਰਾ ਉੱਥੇ ਠਹਿਰ ਗਈ। And every church has things that slow them down if they don't want to be serious with it. ਅਤੇ ਹਰ ਕਲੀਸਿਆ ਵਿੱਚ ਐਸੀਆਂ ਚੀਜ਼ਾਂ ਹੁੰਦੀਆਂ ਨੇ ਉਹ ਜੋ ਉਸ ਕਲੀਸਿਆ ਨੂੰ ਠਹਿਰਾ ਦਿੰਦੀਆਂ ਹਨ ਜੇਕਰ ਉਹ ਉਸ ਦੇ ਨਾਲ ਸੀਰੀਅਸ ਹੋ ਕੇ ਨਾ ਚੱਲਣ। Abraham, every day he is in Haran, he is still Abraham. ਅਬਰਾਹਮ ਜਦੋਂ ਤੱਕ ਉਹ ਹਰਾਨ ਵਿੱਚ ਰੁਕਿਆ ਹੋਇਆ ਹੈ ਉਹ ਅਬਰਾਹਮ ਹੀ ਹੈ। But every day Abraham is in Haran, he has not advanced towards Canaan. ਅਤੇ ਜਦੋਂ ਤੱਕ ਅਬਰਾਹਮ ਹਰਾਨ ਵਿੱਚ ਠਹਿਰਿਆ ਉਹ ਕਨਾਨ ਵੱਲ ਅੱਗੇ ਨਹੀਂ ਵਧ ਰਿਹਾ ਸੀ। So every day that you disobey or you are slow to believing the instructions, you are grounded. You are not advancing towards the rapture. ਅਤੇ ਹਰ ਦਿਨ ਜਦੋਂ ਤੁਸੀਂ
ਖੁਦਾ ਦੇ ਵਚਨ ਨੂੰ ਨਹੀਂ ਮੰਨਦੇ ਜਾਂ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਤੁਸੀਂ ਠਹਿਰੇ ਹੋਏ ਹੋ ਅਤੇ ਰੈਪਚਰ ਵੱਲ ਜਾਂ ਕਨਾਨ ਵੱਲ ਅੱਗੇ ਨਹੀਂ ਵਧ ਰਹੇ। This revelation is personal, singular. ਇਹ ਪ੍ਰਕਾਸ਼ਨ ਵਿਅਕਤੀਗਤ ਹੈ। So I am married, I have my wife. ਹੁਣ ਮੇਰੀ ਸ਼ਾਦੀ ਹੋਈ ਹੈ, ਮੇਰੀ ਪਤਨੀ ਹੈ I have preached a lot of things from the Bible. ਅਤੇ ਮੈਂ ਬਾਈਬਲ ਵਿੱਚੋਂ ਬਹੁਤੀਆਂ ਚੀਜ਼ਾਂ ਦਾ ਪ੍ਰਚਾਰ ਕੀਤਾ, But it's not automatic that my wife understands the same things. ਪਰ ਇਸ ਦਾ ਮਤਲਬ ਇਹ ਨਹੀਂ ਕਿ ਮੇਰੀ ਪਤਨੀ ਹਰ ਇੱਕ ਚੀਜ਼ ਨੂੰ ਸਮਝਦੀ ਹੈ ਜੋ ਮੈਂ ਪ੍ਰਚਾਰ ਕਰਦਾ ਹਾਂ। I'm just taking time to talk to you. Is that all right? Instead of preaching. ਭਾਈ ਕਹਿੰਦੇ ਮੈਂ ਗੱਲ ਕਰਨ ਲਈ ਥੋੜਾ ਸਮਾਂ ਲੈ ਰਿਹਾ, ਕੀ ਇਹ ਸਹੀ ਹੈ, ਮੈਂ ਲੈ ਸਕਦਾ? My wife doesn't necessarily understand the things that I preach. ਜ਼ਰੂਰੀ ਨਹੀਂ ਕਿ ਮੇਰੀ ਪਤਨੀ ਨੇ ਹਰ ਚੀਜ਼ ਉਹ ਸਮਝੀ ਹੋਵੇ ਜਿਸ ਦਾ ਮੈਂ ਪ੍ਰਚਾਰ ਕੀਤਾ, But I may not matter because you don't know me. ਪਰ ਇਹ ਤੁਹਾਡੇ ਲਈ ਕੋਈ ਖਾਸ ਗੱਲ ਨਹੀਂ ਹੋਵੇਗੀ ਕਿਉਂਕਿ ਤੁਸੀਂ ਮੈਨੂੰ ਨਹੀਂ ਜਾਣਦੇ। I may also say the pastor here or the pastor here, the things they preach are not necessarily understood by their wives. ਅਤੇ ਮੈਂ ਇਹ ਵੀ ਕਹਿੰਦਾ ਹਾਂ ਕਿ ਜੋ ਪਾਸਟਰ ਬੈਠੇ ਹਨ, ਜ਼ਰੂਰੀ ਨਹੀਂ ਕਿ ਉਹਨਾਂ ਦੀ ਪਤਨੀਆਂ ਨੇ ਜੋ ਚੀਜ਼ਾਂ ਉਹਨਾਂ ਨੇ ਪ੍ਰਚਾਰ ਕੀਤੀਆਂ ਉਹ ਸਮਝੀ ਹੋਵੇ। But I'm only a visitor. ਪਰ ਮੈਂ ਤਾਂ ਸਿਰਫ ਤੁਹਾਡੇ ਕੋਲ ਆਇਆ ਹਾਂ। And they could say, brother, you are wrong. They could say, brother, you are wrong. ਅਤੇ ਤੁਸੀਂ ਕਹਿ ਸਕਦੇ ਹੋ ਕਿ ਭਾਈ ਤੁਸੀਂ ਗਲਤ ਹੋ, What I know is what my wife knows. ਅਤੇ ਕਹਿ ਸਕਦੇ ਹੋ ਕਿ ਜੋ ਮੈਨੂੰ ਪਤਾ ਉਹ ਮੇਰੀ ਪਤਨੀ ਨੂੰ ਵੀ ਪਤਾ ਹੈ। But let's use Abraham and Sarah. ਪਰ ਆਓ ਅਬਰਾਹਮ ਅਤੇ ਸਾਰਾ ਦਾ ਇਸਤੇਮਾਲ ਕਰਦੇ ਹਾਂ। What happened to Abraham and Sarah is a prophecy of what's happening in Punjab. ਜੋ ਕੁਝ ਅਬਰਾਹਮ ਅਤੇ ਸਾਰਾ ਨਾਲ ਹੋਇਆ ਇਹ ਭਵਿੱਖਬਾਣੀ ਹੈ ਅੱਜ ਦੇ ਸਮੇਂ ਦੀ ਜੋ ਪੰਜਾਬ ਵਿੱਚ ਹੋ ਰਿਹਾ ਹੈ। When God called Abraham in Chaldea, ਜਦੋਂ ਖੁਦਾ ਨੇ ਅਬਰਾਹਮ ਨੂੰ ਕਸਦੀਆਂ ਵਿੱਚ ਬੁਲਾਇਆ we don't have a record that God spoke to Sarah at that time. ਤਾਂ ਸਾਡੇ ਕੋਲ ਕੋਈ ਰਿਕਾਰਡ ਨਹੀਂ, ਲਿਖਿਆ ਨਹੀਂ ਹੋਇਆ ਕਿ ਖੁਦਾ ਨੇ ਸਾਰਾ ਨਾਲ ਵੀ ਗੱਲ ਕੀਤੀ। So we can say that Abraham had a revelation, but Sarah did not yet have a revelation. ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਬਰਾਹਮ ਦੇ ਕੋਲ ਪ੍ਰਕਾਸ਼ਨ ਸੀ, ਪਰ ਜ਼ਰੂਰੀ ਨਹੀਂ ਕਿ ਸਾਰਾ ਕੋਲ ਵੀ ਉਸ ਸਮੇਂ ਪ੍ਰਕਾਸ਼ਨ ਸੀ। Is that clear? ਕੀ ਇਹ ਸਾਫ਼ ਹੈ? ਤੁਸੀਂ ਸਮਝ ਗਏ? When Abraham was approached by Sarah and offered Hagar, ਜਦੋਂ ਸਾਰਾ ਅਬਰਾਹਮ ਦੇ ਕੋਲ ਆਈ ਅਤੇ ਉਸਨੇ ਹਾਜ਼ਰਾ ਨੂੰ ਦੇਣ ਦੀ ਗੱਲ ਕੀਤੀ, we can see from that though they were one, but Hagar did not understand the promise. Hagar did not. Oh, you're right. Sarai. Yeah, okay. ਤਾਂ ਅਸੀਂ ਵੇਖ ਸਕਦੇ ਹਾਂ ਕਿ ਚਾਹੇ ਖੁਦਾ ਨੇ ਅਬਰਾਹਮ ਨੂੰ ਵਾਅਦਾ ਦਿੱਤਾ ਸੀ, ਪਰ ਇਸ ਸਮੇਂ ਸਾਰਾ ਉਸ ਵਾਅਦੇ ਨੂੰ ਨਹੀਂ ਸਮਝੀ ਸੀ ਜਾਂ ਉਸ ਵਾਚਾ ਵਿੱਚ ਨਹੀਂ ਆਈ ਸੀ। I had caught a slip of the tongue, and thanks to Brother Stephen here. ਮੈਂ ਥੋੜੀ ਗਲਤੀ ਕਰਨ ਵਾਲਾ ਸੀ, ਪਰ ਭਾਈ ਦਾ ਧੰਨਵਾਦ, ਉਸਨੇ ਮੈਨੂੰ ਯਾਦ ਕਰਾ ਦਿੱਤਾ। I'll say that again. ਮੈਂ ਵਾਪਸ ਇਸ ਨੂੰ ਦੁਹਰਾਉਂਦਾ ਹਾਂ। The coming of Isaac was spoken to Abraham. ਇਜ਼ਹਾਕ ਦੇ ਆਉਣ ਦੀ ਗੱਲ ਜਾਂ ਪੈਦਾ ਹੋਣ ਦੀ ਗੱਲ ਅਬਰਾਹਮ ਨਾਲ ਕੀਤੀ ਗਈ ਸੀ, But Sarai or Sarah did not quite understand it. ਪਰ ਹਜੇ ਸਾਰਾ ਨੂੰ ਉਸ ਵਾਅਦੇ ਦੀ ਸਮਝ ਨਹੀਂ ਆਈ ਸੀ। But she affected Abraham. ਪਰ ਉਸਨੇ ਅਬਰਾਹਮ ਉਤੇ ਅਸਰ ਪਾ ਦਿੱਤਾ। And the things that the message speaks about, ਅਤੇ ਇਹ ਚੀਜ਼ ਜਿਸ ਦੀ ਸੰਦੇਸ਼ ਗੱਲ ਕਰਦਾ ਹੈ, our wives may not necessarily understand these things. ਜ਼ਰੂਰੀ ਨਹੀਂ ਕਿ ਸਾਡੀਆਂ ਪਤਨੀਆਂ ਉਹ ਚੀਜ਼ਾਂ ਸਮਝਣ ਜੋ ਅਸੀਂ ਪ੍ਰਚਾਰ ਕਰ ਰਹੇ But ਹਾਂ, they are capable of slowing us down. ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਉਹ ਸਾਨੂੰ ਠਹਿਰਾ ਦੇਣ ਜਾਂ How ਨੀਚੇ do ਕਰ I ਦੇਣ, know? ਉਹ ਸਾਡੀ ਗਤੀ ਨੂੰ ਘਟਾ ਦੇਣ। How do I know? ਮੈਨੂੰ ਕਿਵੇਂ ਪਤਾ ਹੋਵੇਗਾ? Because God let Abraham give that prophecy. God allowed Abraham to give us that prophecy. ਕਿਉਂਕਿ ਖੁਦਾ ਨੇ ਅਬਰਾਹਮ ਨੂੰ ਇਹ ਦਿੱਤਾ ਕਿ ਸਾਨੂੰ ਇਹ ਭਵਿੱਖਬਾਣੀ ਦੇਵੇ। Because what happened to Abraham became a prophecy for us. ਕਿਉਂਕਿ ਜੋ ਕੁਝ ਅਬਰਾਹਮ ਦੇ ਨਾਲ ਹੋਇਆ ਉਹ ਸਾਡੇ ਲਈ ਭਵਿੱਖਬਾਣੀ ਬਣ ਗਿਆ। What happened in Sodom? What happened in Sodom became a prophecy for us. ਜੋ ਕੁਝ ਸਦੋਮ ਦੇ ਵਿੱਚ ਹੋਇਆ ਉਹ ਸਾਡੇ ਲਈ ਇੱਕ ਨਸੀਹਤ ਬਣਿਆ।
what happened in Genesis 18 became a prophecy for us. ਜੋ ਉਤਪਤ 18 ਵਿੱਚ ਹੋਇਆ ਉਹ ਸਾਡੇ ਲਈ ਨਸੀਹਤ ਬਣਿਆ। So the misunderstanding of Sarah became a prophecy to us. ਇਸ ਲਈ ਸਾਰਾ ਦੀ ਨਾ ਸਮਝੀ ਸਾਡੇ ਲਈ ਨਸੀਹਤ ਬਣੀ। What Jesus knows as the husband is not necessarily what the church knows. ਜ਼ਰੂਰੀ ਨਹੀਂ ਜੋ ਯੀਸ਼ੂ ਮਸੀਹ ਨੂੰ ਪਤਾ ਹੋਵੇ ਜੋ ਕਿ ਪਤੀ ਹੈ, ਕਲੀਸਿਆ ਜੋ ਕਿ ਪਤਨੀ ਹੈ ਜਾਣਦੀ ਹੋਵੇ। And what Pastor Amos knows is not necessarily what his wife Josephine knows. ਅਤੇ ਜੋ ਕੁਝ ਪਾਸਟਰ ਅਮੋਸ ਨੂੰ ਪਤਾ ਹੈ ਜ਼ਰੂਰੀ ਨਹੀਂ ਕਿ ਉਸਦੀ ਪਤਨੀ ਨੂੰ ਵੀ ਪਤਾ ਹੋਵੇ। So he has to watch all the time. What Job knows is not necessarily what Mrs. Job knew. ਹੁਣ ਜੋ ਮਿਸਟਰ ਅਯੂਬ ਨੂੰ ਪਤਾ ਸੀ ਜ਼ਰੂਰੀ ਨਹੀਂ ਕਿ ਉਸਦੀ ਪਤਨੀ ਨੂੰ ਵੀ ਪਤਾ ਸੀ। If Job doesn't watch, he can speak on behalf of Mrs. Job. Yeah, if he's not careful. Yeah, if he's not careful with his life, if he doesn't check his revelation, he can take Sarah's words and say it as a pastor. ਜੇਕਰ ਅਬਰਾਹਮ ਜਾਂ ਅਯੂਬ ਉਸ ਚੀਜ਼ ਦੇ ਲਈ ਬਹੁਤ ਧਿਆਨਮਈ ਨਾ ਹੋਵੇ ਜਾਂ ਉਸ ਚੀਜ਼ ਤੇ ਧਿਆਨ ਨਾ ਕਰੇ ਜੋ ਖੁਦਾ ਨੇ ਉਸ ਨੂੰ ਕਹੀ ਹੈ ਤਾਂ ਇਹ ਹੋ ਸਕਦਾ ਹੈ ਕਿ ਉਹ ਆਪਣੀ ਪਤਨੀ ਦੀ ਗੱਲਾਂ ਵਿੱਚ ਆ ਜਾਵੇ ਜਾਂ ਉਸ ਦੀਆਂ ਚੀਜ਼ਾਂ ਨੂੰ ਲੈ ਕੇ ਉਸ ਦੇ ਦਬਾਅ ਹੇਠ ਆਵੇ ਤੇ ਉਹ ਚੀਜ਼ਾਂ ਕਰ ਦੇਵੇ। How do we know that? ਸਾਨੂੰ ਇਹ ਕਿਵੇਂ ਪਤਾ ਹੈ? Because Abraham lived it. ਕਿਉਂਕਿ ਅਬਰਾਹਮ ਨੇ ਇਸ ਚੀਜ਼ ਨੂੰ ਆਪਣੀ With ਜ਼ਿੰਦਗੀ ਵਿੱਚ Sarah, his ਜੀਆ wife. ਜਦੋਂ ਸਾਰਾ ਉਸਦੀ ਪਤਨੀ ਸੀ। And he had already proved he had that slight weakness. ਤਾਂ ਉਸਨੇ ਆਪਾਂ ਦੇਖ ਸਕਦੇ ਹਾਂ ਕਿ ਉਸਨੇ ਸਾਬਿਤ ਕਰ ਦਿੱਤਾ ਕਿ ਉਸਦੀ ਪਤਨੀ ਜਾਂ ਸਾਰਾ ਉਸਦੇ ਲਈ ਇੱਕ ਛੋਟੀ ਕਮਜ਼ੋਰੀ ਬਣ ਗਈ। He told his revelation to Terah and he was grounded. ਅਬਰਾਹਮ ਨੇ ਆਪਣਾ ਪ੍ਰਕਾਸ਼ਨ ਆਪਣੇ ਬਾਪ ਤਾਰਾ ਨੂੰ ਦੱਸਿਆ ਅਤੇ ਉਸ ਨੂੰ ਦਬਾ ਲਿਆ ਗਿਆ। God rescued him. ਖੁਦਾ ਨੇ ਉਸ ਨੂੰ ਬਚਾ ਲਿਆ। Then he told his revelation to Sarah. ਅਤੇ ਫਿਰ ਉਸਨੇ ਅੱਗੇ ਜਾ ਕੇ ਆਪਣੀ ਪਤਨੀ ਨੂੰ ਆਪਣਾ ਪ੍ਰਕਾਸ਼ਨ ਦੱਸਿਆ। And Sarah gave him Hagar ਅਤੇ ਫਿਰ ਹਾਜ਼ਰਾ ਉਸਨੇ ਸਾਰਾ ਨੇ ਉਸ ਨੂੰ ਹਾਜ਼ਰਾ ਦੇ ਦਿੱਤੀ and Ishmael. ਅਤੇ ਇਸਮਾਇਲ। So he was grounded. Yeah. ਪਹਿਲਾਂ ਖੁਦਾ ਨੇ ਜਦ ਖੁਦਾ ਨੇ ਅਬਰਾਹਮ ਨੂੰ ਪ੍ਰਕਾਸ਼ਨ ਦਿੱਤਾ ਸੀ ਸਭ ਤੋਂ ਪਹਿਲਾਂ ਉਸਦੇ ਬਾਪ ਤਾਰਾ ਨੇ ਉਸ ਨੂੰ ਦਬਾ ਲਿਆ ਅਤੇ ਜਦੋਂ ਖੁਦਾ ਨੇ ਤਾਰਾ ਤੋਂ ਉਸ ਨੂੰ ਬਚਾਇਆ ਤੇ ਅੱਗੇ ਲੈ ਕੇ ਗਿਆ ਫਿਰ ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ, ਆਪਣਾ ਪ੍ਰਕਾਸ਼ਨ ਸਾਂਝਾ ਕੀਤਾ, ਫਿਰ ਉਸਦੀ ਪਤਨੀ ਨੇ ਉਸ ਨੂੰ ਹਾਜ਼ਰਾ ਦੇ ਦਿੱਤੀ ਅਤੇ ਇਸਮਾਇਲ ਪੈਦਾ ਹੋ ਗਿਆ। Hallelujah. Did you hear what ਕੀ he ਤੁਸੀਂ said? ਸਮਝੇ? You understood it? ਤੁਸੀਂ ਸਮਝ ਗਏ ਅਸੀਂ ਕੀ ਬੋਲ ਰਹੇ ਹਾਂ? So Abraham must know his calling clearly. ਇਸ ਲਈ ਜ਼ਰੂਰੀ ਹੈ ਕਿ ਅਬਰਾਹਮ ਆਪਣੀ ਬੁਲਾਹਟ ਨੂੰ ਸਾਫ਼ ਤੌਰ ਤੇ ਪਹਿਚਾਣਦਾ ਹੋਵੇ। Or else he'll be used by somebody who is part of him but doesn't know the full story. ਜੇਕਰ ਤੁਸੀਂ ਉਸ ਚੀਜ਼ ਤੇ ਆਪਣੀ ਬੁਲਾਹਟ ਤੇ ਧਿਆਨ ਨਹੀਂ ਦਿੰਦੇ ਤਾਂ ਤੁਹਾਡਾ ਹਿੱਸਾ ਜਾਂ ਕੋਈ ਹੋਰ ਤੁਹਾਡੇ ਤੇ ਪ੍ਰਭਾਵ ਪਾ ਸਕਦਾ ਹੈ। That's what happened in Genesis 3. ਇਹੀ ਹੈ ਜੋ ਉਤਪਤ 3 ਵਿੱਚ ਹੋਇਆ। Adam knew the whole story. ਆਦਮ ਨੂੰ ਸਾਰੀ ਕਹਾਣੀ ਦਾ ਪਤਾ ਸੀ। This tree you can eat, that tree you can't eat. ਆਦਮ ਨੂੰ ਪਤਾ ਸੀ ਕਿ ਇਹ ਰੁੱਖ ਇਸ ਤੋਂ ਮੈਂ ਖਾ ਸਕਦਾ ਹਾਂ, ਇਹ ਰੁੱਖ ਇਸ ਤੋਂ ਮੈਂ ਨਹੀਂ ਖਾ ਸਕਦਾ। Eve didn't quite understand it. ਪਰ ਹਵਾ ਨੂੰ ਇਸ ਦੀ ਸਮਝ ਨਹੀਂ ਸੀ। She was not quite convinced. ਹਜੇ ਉਹ ਬੰਨੀ ਨਹੀਂ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਅਸੀਂ ਨਾ ਖਾਈਏ। She could be out-talked or convinced. ਆਦਮ ਨੂੰ ਤਾਂ ਸਮਝ ਸੀ ਕਿ ਇਸ ਦਰਖਤ ਤੋਂ ਖਾਣਾ ਤੇ ਇਸ ਰੁੱਖ ਤੋਂ ਨਹੀਂ ਖਾਣਾ, ਪਰ ਹਵਾ ਹਲੇ ਬਹਿਲਾਈ ਜਾ ਸਕਦੀ ਸੀ ਕਿ ਕੋਈ ਆ ਕੇ ਉਸ ਨੂੰ ਗੱਲਾਂ ਵਿੱਚ ਲਾ ਲਵੇ। So when she went to spend time with her friends, she went to spend a day with her friends. There was a serpent somewhere and was talking to her. ਅਤੇ ਜਦੋਂ ਹਵਾ ਆਪਣੇ ਦੋਸਤਾਂ ਨਾਲ ਸਮਾਂ ਬਤੀਤ ਕਰਨ ਬਾਹਰ ਨਿਕਲੀ ਤਾਂ ਇੱਕ ਦੋਸਤਾਂ ਵਿੱਚੋਂ ਇੱਕ ਵਿਅਕਤੀ ਆ ਗਿਆ ਜੋ ਕਿ ਸੱਪ ਸੀ। And the serpent spoke to Eve and Eve agreed. ਅਤੇ ਸੱਪ ਨੇ ਹਵਾ ਨਾਲ ਗੱਲ ਕੀਤੀ, ਉਸ ਨੂੰ ਬਹਿਲਾਇਆ ਅਤੇ ਉਹ ਉਸ ਦੀ ਗੱਲਾਂ ਵਿੱਚ ਆ ਗਈ। Abraham corrupted his experience by listening to Eve, who didn't know exactly the way Adam knew. Adam corrupted his experience by listening to Eve, who did not have the same revelation. ਆਦਮ ਨੇ ਆਪਣਾ ਤਜਰਬਾ ਗਵਾ ਲਿਆ ਹਵਾ ਦੀ ਗੱਲ ਮੰਨ ਕੇ ਜਿਸ ਨੂੰ ਸੱਪ ਦੁਆਰਾ ਬਹਿਕਾਇਆ ਗਿਆ ਸੀ। And God's complaint to Adam was given in Genesis 3 verse 17. ਅਤੇ ਉਤਪਤ 3 ਵਿੱਚ
ਖੁਦਾ ਨੇ ਆ ਕੇ ਆਦਮ ਨਾਲ ਗੱਲ ਕੀਤੀ। Verse 17. ਅਤੇ 17 ਆਇਤ ਵਿੱਚ ਪੜ੍ਹਦੇ ਹਾਂ। Yes, we'll read together. And God said unto Adam, ਅਤੇ ਖੁਦਾ ਨੇ ਆਦਮ ਨਾਲ ਗੱਲ ਕੀਤੀ, because you have listened to the voice of your wife. ਕਿਉਂਕਿ ਤੂੰ ਆਪਣੀ ਤੀਵੀ ਦੀ ਗੱਲ ਸੁਣੀ। In other words, Adam should have known better. ਦੂਸਰੇ ਸ਼ਬਦਾਂ ਵਿੱਚ ਆਦਮ ਨੂੰ ਬਿਹਤਰ ਪਤਾ ਹੋਣਾ ਚਾਹੀਦਾ ਸੀ। What Eve had and she called a revelation was not a revelation. ਜੋ ਹਵਾ ਦੇ ਕੋਲ ਸੀ, ਜਿਸ ਨੂੰ ਉਸਨੇ ਕਿਹਾ ਕਿ ਪ੍ਰਕਾਸ਼ਨ ਹੈ, ਇਹ ਸੱਚਾ ਪ੍ਰਕਾਸ਼ਨ ਨਹੀਂ ਸੀ। When Adam put down what he had and lost it, he had lost his revelation. ਜਦੋਂ ਆਦਮ ਨੇ ਜੋ ਉਸਦੇ ਕੋਲ ਸੀ ਉਸ ਨੂੰ ਸਾਈਡ ਤੇ ਰੱਖ ਦਿੱਤਾ ਅਤੇ ਹਵਾ ਦੀ ਗੱਲ ਸੁਣ ਲਈ ਤਾਂ ਉਸਨੇ ਆਪਣਾ ਪ੍ਰਕਾਸ਼ਨ ਗਵਾ ਲਿਆ। And when Adam is eating of the tree, he says, I got a revelation, but it was not a revelation. ਅਤੇ ਜਦੋਂ ਆਦਮ ਨੇ ਉਸ ਰੁੱਖ ਤੋਂ ਖਾਧਾ ਜੋ ਹਵਾ ਨੇ ਉਸ ਨੂੰ ਕਿਹਾ ਸੀ ਖਾਣ ਤੋਂ, ਤਾਂ ਉਸਨੇ ਆਪਣਾ ਪ੍ਰਕਾਸ਼ਨ ਗਵਾ ਲਿਆ। ਪਰ ਉਹ ਕਹਿ ਰਿਹਾ ਸੀ ਕਿ ਮੈਨੂੰ ਪ੍ਰਕਾਸ਼ਨ ਮਿਲ ਗਿਆ, ਜੋ ਕਿ ਸੱਚਾ ਪ੍ਰਕਾਸ਼ਨ ਨਹੀਂ ਸੀ। When Abraham was taking Hagar, he was saying, I got a revelation, but it was not a revelation. ਜਦੋਂ ਅਬਰਾਹਾਮ ਨੇ ਹਾਜ਼ਰਾ ਨੂੰ ਲਿਆ ਤਾਂ ਉਹ ਆਖ ਰਿਹਾ ਸੀ ਕਿ ਮੈਨੂੰ ਪ੍ਰਕਾਸ਼ਨ ਮਿਲ ਗਿਆ ਹੈ, ਪਰ ਉਹ ਪ੍ਰਕਾਸ਼ਨ ਨਹੀਂ ਸੀ। And the crime, the error, the problem is listening to the voice of his wife. ਇਸ ਲਈ ਜੋ ਗਲਤੀ ਹੋਈ ਸੀ ਜਾਂ ਜੋ ਵੀ ਗਲਤ ਕੰਮ ਹੋਇਆ ਉਹ ਇਹ ਸੀ ਕਿ ਉਸਨੇ ਆਪਣੀ ਪਤਨੀ ਦੀ ਗੱਲ ਮੰਨੀ। The reason I'm reading Eve is not to do or say anything about our sisters, but to try and encourage our brothers to keep the revelation clean. ਅਬਰਾਹਾਮ ਜਾਂ ਆਦਮ, ਸਾਰਾ ਜਾਂ ਹਵਾ ਦੀ ਗੱਲ ਕਰਨਾ ਇਸ ਲਈ ਨਹੀਂ ਮੈਂ ਕਰ ਰਿਹਾ ਕਿ ਮੈਂ ਭੈਣਾਂ ਨੂੰ ਨੀਵਾ ਕਰਾਂ, ਪਰ ਇਸ ਲਈ ਕਿ ਭਾਈ ਆਪਣੇ ਪ੍ਰਕਾਸ਼ਨ ਨੂੰ ਸ਼ੁੱਧ ਰੱਖਣ। Abraham, keep your revelation clean. Abraham- Don't get advice from Sarah, though she's a nice woman. ਅਬਰਾਹਾਮ ਆਪਣੇ ਪ੍ਰਕਾਸ਼ਨ ਨੂੰ ਸ਼ੁੱਧ ਰੱਖ, ਆਪਣੀ ਪਤਨੀ ਦੀ ਗੱਲ ਨਾ ਮੰਨ, ਚਾਹੇ ਕਿ ਉਹ ਇੱਕ ਬਹੁਤ ਵਧੀਆ ਇਸਤਰੀ ਹੋਵੇ। I, as a preacher, don't get revelation from my wife, though I love her so much and she's a wonderful woman. ਮੈਂ ਪ੍ਰਚਾਰਕ ਹੋਣ ਦੇ ਨਾਤੇ ਆਪਣਾ ਪ੍ਰਕਾਸ਼ਨ ਅਤੇ ਪ੍ਰਕਾਸ਼ਨ ਆਪਣੀ ਪਤਨੀ ਤੋਂ ਪ੍ਰਾਪਤ ਨਹੀਂ ਕਰਦਾ ਅਤੇ ਨਾ ਉਸ ਦੀ ਗੱਲ ਸੁਣਦਾ ਹਾਂ, ਚਾਹੇ ਕਿ ਉਹ ਬਹੁਤ ਚੰਗੀ ਪਤਨੀ ਹੈ। But when it comes to revelation, I look to God. ਪਰ ਜਦੋਂ ਪ੍ਰਕਾਸ਼ਨ ਦੀ ਗੱਲ ਆਉਂਦੀ ਹੈ, ਮੈਂ ਖੁਦਾ ਵੱਲ ਤੱਕਦਾ ਹਾਂ, Not to Sarah, ਸਾਰਾ ਵੱਲ ਨਹੀਂ, not to Eve, ਹਵਾ ਵੱਲ ਨਹੀਂ, not to Herodias. There. ਹੈਰੋਦੀਆਸ ਵੱਲ ਨਹੀਂ, Not to Herodias. ਹੈਰੋਦੀਆਸ ਵੱਲ ਨਹੀਂ। Here is a man who should know better and is listening to his wife. ਇੱਥੇ ਇੱਕ ਮਨੁੱਖ ਹੈ ਜਿਸ ਨੂੰ ਵਧੀਆ ਪਤਾ ਜਾਂ ਬਿਹਤਰ ਪਤਾ ਹੋਣਾ ਚਾਹੀਦਾ ਸੀ, ਪਰ ਉਹ ਆਪਣੀ ਪਤਨੀ ਦੀ ਗੱਲ ਸੁਣ ਰਿਹਾ ਹੈ। So, not to Eve. We are disqualifying the women. Not listening to Eve. Yeah, we're one by one, we're removing those women and telling you who not to listen to. ਇੱਕ ਇੱਕ ਕਰਕੇ ਅਸੀਂ ਇਹਨਾਂ ਔਰਤਾਂ ਨੂੰ ਵੇਖ ਰਹੇ ਹਾਂ ਤੇ ਤੁਹਾਨੂੰ ਦੱਸ ਰਹੇ ਹਾਂ ਕਿ ਇਹਨਾਂ ਦੀ ਗੱਲ ਨਾ ਸੁਣੋ। So, Adam, don't listen to Eve. ਇਸ ਲਈ ਆਦਮ ਹਵਾ ਦੀ ਗੱਲ ਨਾ ਸੁਣ। Abraham, don't listen to Hagar. ਅਬਰਾਹਾਮ To Sarah. ਸਾਰਾ ਦੀ ਗੱਲ ਨਾ ਸੁਣ। Herod, don't listen to Herodias. ਹੈਰੋਦੀਆਸ ਦੀ ਗੱਲ ਨਾ ਸੁਣ। Ahab, don't listen to Jezebel. ਅਹਾਬ ਇਜ਼ਬਲ ਦੀ ਗੱਲ ਨਾ ਸੁਣ। Amos, don't listen to your wife. ਅਮੋਸ ਆਪਣੀ ਪਤਨੀ ਦੀ ਗੱਲ ਨਾ ਸੁਣ। I wanted to point him, now I'm scared. Robin, don't listen to your wife. ਰੋਬਿਨ ਆਪਣੀ ਪਤਨੀ ਦੀ ਗੱਲ ਨਾ ਸੁਣ। I must be polite. Roshan, ਰੋਸ਼ਨ don't listen to your wife. ਆਪਣੀ ਪਤਨੀ ਦੀ ਗੱਲ ਨਾ ਸੁਣ। Revelation comes from. ਪ੍ਰਕਾਸ਼ਨ ਕਿੱਥੋਂ ਆਉਂਦਾ ਹੈ? ਖੁਦਾ ਤੋਂ। So if you catch a revelation, ਜੇਕਰ ਤੁਹਾਨੂੰ and ਪ੍ਰਕਾਸ਼ਨ ਮਿਲੇ your wife says no,
ਅਤੇ ਤੁਹਾਡੀ ਪਤਨੀ ਆਖੇ ਕਿ I have ਨਹੀਂ a better idea. ਮੈਨੂੰ ਇੱਕ ਵਧੀਆ ਗੱਲ Don't ਹੋਰ ਆਉਂਦੀ listen ਹੈ। to her. ਆਪਣੀ ਪਤਨੀ ਦੀ ਗੱਲ ਨਾ Listen ਸੁਣੋ, to God. ਖੁਦਾ ਦੀ ਗੱਲ ਸੁਣੋ। Hallelujah. ਹਾਲੇਲੂਇਆ। Sounds easy, but it's not. ਸੁਣਨ ਵਿੱਚ ਆਸਾਨ ਲੱਗਦਾ ਹੈ ਪਰ ਇਹ ਹੈ ਨਹੀਂ। Adam, because you've listened to the voice of your wife. ਆਦਮ, ਇਸ ਕਾਰਨ ਕਿ ਤੂੰ ਆਪਣੀ ਪਤਨੀ ਦੀ ਗੱਲ ਸੁਣ ਲਈ। Abram, because you've hearkened to the voice of Sarai. ਅਬਰਾਹਮ, ਕਿਉਂਕਿ ਤੂੰ ਆਪਣੀ ਪਤਨੀ ਸਾਰਾ ਦੀ ਗੱਲ ਸੁਣ ਲਈ। Herod, because you've listened to the voice of Herodias. ਹੇਰੋਦ, ਕਿਉਂਕਿ ਤੂੰ ਆਪਣੀ ਪਤਨੀ ਹੇਰੋਦੀਆਸ ਦੀ ਗੱਲ ਸੁਣ ਲਈ। What did Herod do? ਹੇਰੋਦ ਨੇ ਕੀ ਕੀਤਾ ਸੀ? He himself liked John the Baptist. ਖੁਦ ਤਾਂ ਉਹ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਪਸੰਦ ਕਰਦਾ ਸੀ। He attended church at John the Baptist. ਉਸਨੇ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਚਰਚ ਜਾਂ ਉਸਦੀ ਸਭਾ ਵਿੱਚ ਉਹ He ਗਿਆ ਸੀ। enjoyed the messages of John. ਉਸਨੇ ਯਹੋਨਾ ਦੇ ਸੰਦੇਸ਼ ਨੂੰ ਪਸੰਦ ਕੀਤਾ। Just one little topic is where John says, no, she's not your wife. ਬਸ ਇੱਕ ਛੋਟਾ ਜਿਹਾ ਸੰਦੇਸ਼ ਵਿੱਚ ਪੁਆਇੰਟ ਆਇਆ ਕਿ ਯਹੋਨਾ ਨੇ ਕਿਹਾ ਨਹੀਂ, ਇਹ ਤੇਰੀ ਪਤਨੀ ਨਹੀਂ ਹੋ ਸਕਦੀ। Herod continued to like John, but Herodias was angry. ਹੁਣ ਹੈਰੋਦੀਸ ਤਾਂ ਯਹੋਨਾ ਨੂੰ ਹਜੇ ਵੀ ਪਸੰਦ ਕਰ ਰਿਹਾ ਸੀ, ਉਸਨੂੰ ਉਸਦੇ ਨਾਲ ਨਫ਼ਰਤ ਨਹੀਂ ਹੋਈ ਸੀ, ਪਰ ਉਸਦੀ ਪਤਨੀ ਹੁਣ ਉਸ ਨਾਲ ਨਫ਼ਰਤ ਕਰਨ ਲੱਗ ਗਈ ਸੀ। Mark 6 is what I was referring to. ਮਰਕੁਸ 6 ਜਿਸ ਦੀ ਮੈਂ ਗੱਲ ਕਰ ਰਿਹਾ। Brothers with your Bibles, Mark 6 verse 17. ਭਾਈਓ, ਮਰਕੁਸ 6 17 ਆਇਤ। Herod himself had put John into prison. हेरोदिस ने यूहन्ना बपतिस्मा देने वाले ਨੂੰ ਤਾਂ ਬਸ ਜੇਲ੍ਹ ਵਿੱਚ ਕੀਤਾ ਸੀ। He put him in prison not for his own sake, but for Herodias' sake. ਉਸਨੇ ਉਸਨੂੰ ਜੇਲ੍ਹ ਵਿੱਚ ਖੁਦ ਨਹੀਂ ਕੀਤਾ ਸੀ ਆਪਣੀ ਮਰਜ਼ੀ ਦੇ ਨਾਲ, ਪਰ ਆਪਣੀ ਪਤਨੀ ਦੇ ਕਾਰਨ। I'm so happy with the wind and the draft. ਮੈਂ ਹਵਾ ਦੇ ਲਈ ਬਹੁਤ ਖੁਸ਼ ਹਾਂ। Praise God. ਖੁਦਾ ਦੀ ਮਹਿਮਾ ਹੋਵੇ। We just pray that it doesn't run away with our tent. ਬਸ ਪ੍ਰਾਰਥਨਾ ਕਰੋ ਕਿ ਸਾਡਾ ਟੈਂਟ ਨਾ ਉੱਡ ਜੇ। So when John preached what was on his heart, ਅਤੇ ਜਦੋਂ ਯਹੋਨਾ ਨੇ ਪ੍ਰਚਾਰ ਕੀਤਾ ਜੋ ਉਸ ਦੇ ਹਿਰਦੇ ਵਿੱਚ ਸੀ, Herodias tried to control it. ਹੈਰੋਦੀਆਸ ਨੇ ਚਾਹਿਆ ਕਿ ਉਸ ਨੂੰ ਕੰਟਰੋਲ ਕਰ ਲਿੱਤਾ ਜਾਵੇ ਜਾਂ ਰੋਕ ਦਿੱਤਾ ਜਾਵੇ। She tried to do it through Herod. ਤਾਂ ਉਸਨੇ ਕਿਵੇਂ ਕੀਤਾ? ਆਪਣੇ ਪਤੀ ਦੇ ਵਿੱਚੋਂ ਦੀ ਹੋ ਕੇ। And when Sarah wants to do something, she tries to do it through Abram. ਅਤੇ ਜਦੋਂ ਸਾਰਾ ਕੁਝ ਕਰਨਾ ਚਾਹੁੰਦੀ ਹੈ ਤਾਂ ਉਹ ਕਿਵੇਂ ਕਰਦੀ ਹੈ? ਆਪਣੇ ਪਤੀ ਅਬਰਾਹਮ ਦੇ ਵਿੱਚੋਂ ਹੋ ਕੇ। When Jezebel wants to do something, she does it through Ahab. ਜਦੋਂ ਇਜ਼ੇਬਲ ਕੁਝ ਕਰਨਾ ਚਾਹੁੰਦੀ ਹੈ ਤਾਂ ਉਹ ਅਹਾਬ ਦੇ ਵਿੱਚੋਂ ਹੋ ਕੇ ਕਰਦੀ ਹੈ। So the person who killed John was the wife, Herodias. ਇਸ ਲਈ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨ ਵਾਲੀ ਉਸ ਦੀ ਪਤਨੀ ਸੀ। But Herod himself, verse 20, feared John. ਪਰ ਹੈਰੋਦੀਸ ਖੁਦ ਯਹੋਨਾ ਤੋਂ ਡਰਦਾ ਸੀ। 20ਵੀਂ ਆਇਤ ਵਿੱਚ ਲਿਖਿਆ ਹੈ, Herod knew John was a just man and a holy man. ਹੈਰੋਦੀਸ ਜਾਣਦਾ ਸੀ ਕਿ ਯਹੋਨਾ ਧਰਮੀ ਅਤੇ ਪਵਿੱਤਰ ਪੁਰਖ ਹੈ। And when he heard John preaching, he did many things. ਅਤੇ ਜਦੋਂ ਉਸਨੇ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਪ੍ਰਚਾਰ ਕਰਦਾ ਸੁਣਿਆ ਤਾਂ ਉਸਨੇ ਬਹੁਤ ਚੀਜ਼ਾਂ ਕੀਤੀਆਂ। Do you see the scripture there, brothers? ਕੀ ਤੁਸੀਂ ਆਇਤ ਨੂੰ ਵੇਖ ਰਹੇ ਹੋ? Herod did how many things? ਹੈਰੋਦੀਸ ਨੇ ਕਿੰਨੀਆਂ ਚੀਜ਼ਾਂ ਕੀਤੀਆਂ? Read verse 20 again. 20ਵੀਂ ਆਇਤ ਨੂੰ ਦੁਬਾਰਾ ਪੜ੍ਹਦੇ ਹਾਂ। Does it say the same in Punjabi? I like this part here. He did many things and heard him gladly. I want that to come out. Yeah, say it. ਜਦੋਂ ਹੈਰੋਦੀਸ ਨੇ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਸੁਣ ਲਈ ਤਾਂ ਉਸਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ। So in the English Bible, ਇੰਗਲਿਸ਼ ਬਾਈਬਲ ਵਿੱਚ ਲਿਖਿਆ ਹੈ, it says John, when he was preaching, Herod was saying amen. ਇੰਗਲਿਸ਼ ਵਿੱਚ ਤਾਂ ਲਿਖਿਆ ਹੈ ਕਿ ਜਦੋਂ ਯਹੋਨਾ ਬਪਤਿਸਮਾ ਦੇਣ ਵਾਲਾ ਪ੍ਰਚਾਰ ਕਰ ਰਿਹਾ ਸੀ ਤਾਂ ਹੈਰੋਦੀਸ ਸੰਗਤੀ ਵਿੱਚ ਬੈਠਾ ਕਹਿੰਦਾ ਸੀ ਆਮੀਨ। He did many things ਉਸਨੇ ਬਹੁਤ ਕੁਝ ਕੀਤਾ and he was a big smile ਅਤੇ ਉਸਦੇ gladly.
ਉਸ ਦੇ ਚਿਹਰੇ ਤੇ ਵੱਡੀ ਮੁਸਕਾਨ ਸੀ। There was just one little topic that he didn't agree. ਪਰ ਬਸ ਛੋਟੀ ਜੀ ਗੱਲ ਜਿਸ ਦੇ ਨਾਲ ਉਹ ਸਹਿਮਤ ਨਹੀਂ ਹੋਇਆ। But the one who really didn't agree was Herodias, the wife. ਪਰ ਅਸਲ ਵਿੱਚ ਜੋ ਸਹਿਮਤ ਨਹੀਂ ਹੋਇਆ ਸੀ ਉਹ ਉਸ ਦੀ ਪਤਨੀ ਸੀ। So we have seen people agree with the word ਸਾਡੇ ਕੋਲ and then disagree with the same word. So this is the word. ਇਹ ਵਚਨ ਹੈ। He agrees. ਇਹ ਜਾਂ ਫਿਰ ਮੈਂ ਉਦਾਹਰਨ ਦੇ He ਤੌਰ says, ਤੇ this is what we must believe. ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ ਤੇ ਕਹਿੰਦਾ ਹਾਂ ਕਿ ਇਹ Then ਵਚਨ ਹੈ। you come back later, ਅਤੇ ਫਿਰ ਤੁਸੀਂ ਵਾਪਸ ਆਉਂਦੇ ਹੋ he says, I don't agree with that. ਅਤੇ ਫਿਰ ਦੁਬਾਰਾ ਜਦੋਂ ਤੁਸੀਂ ਆ ਕੇ ਵੇਖਦੇ ਹੋ ਤਾਂ ਕਹਿੰਦਾ ਹੈ ਕਿ ਨਹੀਂ ਮੈਂ ਹੁਣ ਇਸ ਦਾ ਵਿਸ਼ਵਾਸ ਨਹੀਂ ਕਰਦਾ। Same thing. ਸੇਮ ਹੋਇਆ। One day agree, ਇੱਕ ਦਿਨ ਉਸਨੇ the ਹਾਂ next ਕੀਤੀ, day disagree. ਪਹਿਲੇ ਦਿਨ ਉਹ ਮੰਨ ਗਿਆ, ਉਸਨੇ ਹਾਂ ਕੀਤੀ, It ਆਮੀਨ means ਆਖਿਆ, ਦੂਜੇ between ਦਿਨ ਉਹ those ਮਨਾ 2 ਕਰ ਗਿਆ। days was Herodias. ਪਹਿਲੇ ਦਿਨ ਸਹਿਮਤ ਸੀ ਅਤੇ ਦੂਜੇ ਦਿਨ ਜਾ ਕੇ ਵੇਖਿਆ ਉਹ ਸਹਿਮਤ ਹੋ ਗਿਆ। ਕਿਉਂ? ਇਸ ਕਾਰਨ ਕਿ ਵਿਚਕਾਰ ਵਾਲੇ ਸਮੇਂ ਵਿੱਚ ਕੁਝ ਹੋਇਆ ਸੀ। Came out nice. Something must have happened. ਕੁਝ ਤਾਂ ਹੋਇਆ ਹੋਵੇਗਾ ਉਸ ਸਮੇਂ ਦੇ ਵਿਚਕਾਰ। When John preached, ਜਦੋਂ and ਯਹੋਨਾ ਨੇ ਪ੍ਰਚਾਰ Herod ਕੀਤਾ said amen, ਅਤੇ ਹੈਰੋਦੀਸ ਨੇ ਆਖਿਆ ਆਮੀਨ, that's right. ਇਹ ਸਹੀ ਹੈ, That's what we must do. ਇਹ ਹੈ ਜੋ ਸਾਨੂੰ ਕਰਨ Then ਦੀ ਜ਼ਰੂਰਤ ਹੈ। you go away, ਜਦੋਂ ਤੁਸੀਂ ਦੂਰ you ਚਲੇ come ਗਏ, back, ਉਹ ਵਾਪਸ ਆਇਆ and he says, we are praying about it. ਤਾਂ ਦੁਬਾਰਾ ਆ ਕੇ ਜਦ ਤੁਸੀਂ ਉਸ ਨਾਲ ਗੱਲ ਕੀਤੀ ਉਸ ਵਿਸ਼ੇ ਦੇ ਬਾਰੇ ਤਾਂ ਉਸਨੇ ਆਖਿਆ ਅਸੀਂ ਇਸ ਦੇ ਬਾਰੇ ਪ੍ਰਾਰਥਨਾ ਕਰ We ਰਹੇ have to seek the face of the Lord about this. ਹਾਂ। ਮੈਂ ਚਾਹੁੰਦਾ ਹਾਂ ਕਿ ਖੁਦਾ ਮੇਰੇ ਨਾਲ ਗੱਲ ਕਰਕੇ ਮੈਨੂੰ It ਦੱਸੇ। means ਇਸ ਦਾ ਮਤਲਬ ਹੈ Eve has come with another revelation. ਇਸ ਦਾ ਮਤਲਬ ਹੈ ਕਿ ਹਵਾ ਇੱਕ ਵੱਖਰੇ ਪ੍ਰਕਾਸ਼ਨ ਦੇ ਨਾਲ ਉਸ ਦੇ ਕੋਲ ਆ ਚੁੱਕੀ ਸੀ। Abraham is saying, Isaac is coming. ਅਬਰਾਹਮ Isaac ਕਹਿੰਦਾ is ਸੀ ਕਿ coming. ਇਸਹਾਕ ਆਉਣ ਵਾਲਾ Isaac ਹੈ, is coming. ਇਸਹਾਕ ਆਉਣ ਵਾਲਾ ਹੈ। Then all of a sudden, ਇੱਕਦਮ ਕੀ ਹੋਇਆ? Isaac may be coming. ਹੋ ਸਕਦਾ ਹੈ ਇਸਹਾਕ ਆ ਜਾਵੇ। Isaac, I'm sure he's coming. He may be coming. ਮੈਂ ਪੱਕਾ ਹਾਂ ਇਸਹਾਕ ਆਵੇਗਾ, ਸ਼ਾਇਦ ਇਸਹਾਕ ਪੈਦਾ ਹੋਵੇ। But I'm sure God meant Ishmael. ਪਰ ਸ਼ਾਇਦ ਮੈਨੂੰ ਲੱਗਦਾ ਹੈ ਕਿ ਖੁਦਾ ਨੇ ਇਸਹਾਕ ਨੂੰ ਇਸ਼ਮਾਇਲ ਬਣਾ ਦਿੱਤਾ ਹੈ। Between his statements, Isaac is coming, Isaac is coming, ਪਹਿਲਾਂ ਉਹ ਜਦੋਂ ਕਹਿ ਰਿਹਾ ਸੀ ਇਸਹਾਕ ਆਵੇਗਾ, ਇਸਹਾਕ ਜ਼ਰੂਰ ਆਵੇਗਾ, and saying, we're not sure about Isaac. ਅਤੇ ਜਦੋਂ ਦੂਜੀ What ਵਾਰ are ਆ you ਕੇ going- ਵੇਖਿਆ Genesis 17, are you sure, Lord, about Isaac? You think he's coming? Are you sure, Lord? ਜਦੋਂ ਪਹਿਲੀ ਵਾਰ ਆਇਆ ਤਾਂ ਅਸੀਂ ਵੇਖਦੇ ਹਾਂ ਕਿ ਉਹ ਕਿਵੇਂ ਰਿਐਕਟ ਕਰ ਰਿਹਾ ਸੀ ਖੁਦਾ ਦੇ ਵਚਨ ਤੇ। ਮੈਨੂੰ ਵਿਸ਼ਵਾਸ ਹੈ ਇਸਹਾਕ ਜੰਮੇਗਾ, ਇਸਹਾਕ ਆਵੇਗਾ। ਪਰ ਥੋੜੇ ਸਮੇਂ ਬਾਅਦ ਕੀ ਹੋਇਆ ਜਦੋਂ ਦੁਬਾਰਾ ਵੇਖਦੇ ਹਾਂ, ਸ਼ਾਇਦ ਇਸਹਾਕ ਆਵੇ। ਪ੍ਰਭੂ ਕੀ ਤੂੰ ਸੱਚਮੁੱਚ ਇਸਹਾਕ ਨੂੰ ਪੈਦਾ ਕਰੇਗਾ? ਕੀ ਤੂੰ ਠੀਕ ਹੈ? So between Genesis 15 and ਉਤਪਤ 15 where God came and says, you are going to have a son. ਜਦੋਂ ਖੁਦਾ ਆਇਆ ਤੇ ਅਬਰਾਹਮ ਨੂੰ ਆਖਿਆ ਕਿ ਤੈਨੂੰ ਇੱਕ And ਪੁੱਤਰ the ਮਿਲੇਗਾ, Bible says Abraham believed God. ਅਤੇ ਬਾਈਬਲ ਆਖਦੀ ਹੈ ਕਿ ਅਬਰਾਹਮ ਨੇ ਖੁਦਾ ਦੇ ਵਚਨ ਨੂੰ ਮੰਨ ਲਿਆ, ਉਸ ਤੇ ਵਿਸ਼ਵਾਸ ਕੀਤਾ। Genesis 17, ਉਤਪਤ 17 Abraham is saying to the same God, he's saying to the same God, what will you give me? ਉਤਪਤ 15 ਵਿੱਚ ਖੁਦਾ ਨੇ ਆ ਕੇ ਉਸ ਨੂੰ ਵਾਅਦਾ ਦਿੱਤਾ ਅਤੇ ਉਤਪਤ 17 ਵਿੱਚ ਉਹ ਖੁਦਾ ਨੂੰ ਆਖਦੇ ਪ੍ਰਭੂ ਤੂੰ ਮੈਨੂੰ ਕੀ ਦੇਵੇਂਗਾ? I want to say it this way. ਮੈਂ ਇਸ ਤਰੀਕੇ ਨਾਲ ਕਹਿਣਾ ਚਾਹੁੰਦਾ ਹਾਂ। When God spoke in Genesis 15, let's just open it. Yeah, I want to speak an example from Genesis 15. ਉਤਪਤ 15 Which one which said Abraham believed God and it was counted to him for righteousness? I thought I saw it in Genesis 15, verse 6. Thank you, my brother. I was convinced it's there. In Genesis 15, this is the example I was giving you. ਉਤਪਤ 15 ਵਿੱਚ ਇਹ ਹੈ ਉਦਾਹਰਨ ਜੋ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। God is preaching to Abraham ਖੁਦਾ ਅਬਰਾਹਮ ਨੂੰ ਪ੍ਰਚਾਰ ਕਰ ਰਿਹਾ ਹੈ and he's talking about the stars. ਅਤੇ ਉਹ ਤਾਰਿਆਂ ਦੀ ਗੱਲ ਕਰ ਰਿਹਾ ਹੈ। So shall your seed be. ਤਾਰਿਆਂ ਦੀ ਤਰ੍ਹਾਂ ਤੇਰੀ ਔਲਾਦ ਜਾਂ ਤੇਰੇ ਪੁੱਤਰ ਜਾਂ ਤੇਰਾ ਵੰਸ਼ ਹੋਵੇਗਾ। And verse 6, Abraham says, ਅਤੇ 6ਵੀਂ ਆਇਤ ਵਿੱਚ ਅਬਰਾਹਮ ਨੇ ਕਿਹਾ ਆਮੀਨ। in other words, Abraham believed God.
ਦੂਸਰੇ ਸ਼ਬਦਾਂ ਵਿੱਚ ਇੱਥੇ ਲਿਖਿਆ ਹੈ ਕਿ ਉਸਨੇ ਯਹੋਵਾ ਦੀ ਪ੍ਰਤੀਤ ਕੀਤੀ। After this Amen, ਇਸ ਆਮੀਨ ਨੂੰ ਕਹਿਣ ਤੋਂ ਬਾਅਦ we go to Genesis 17. ਅਸੀਂ ਉਤਪਤ 17 ਵਿੱਚ ਆਉਂਦੇ ਹਾਂ। And Abraham is now 99 years old. ਹੁਣ ਅਬਰਾਹਾਮ 99 ਵਰ੍ਹਿਆਂ ਦਾ ਹੈ And the Lord appeared again. ਅਤੇ ਖੁਦਾ ਨੇ ਫਿਰ ਉਸ ਨੂੰ ਦਰਸ਼ਨ ਦਿੱਤਾ। Preaches the same message. ਉਹੀ ਸੰਦੇਸ਼ ਉਹੀ ਦੁਬਾਰਾ ਪ੍ਰਚਾਰ ਕੀਤਾ Verse ਅਬਰਾਹਾਮ ਨੇ। 2, I will multiply thee exceedingly. ਦੂਸਰੀ ਆਇਤ ਵਿੱਚ ਮੈਂ ਆਪਣਾ ਨੇਮ ਆਪਣੇ ਤੇ ਤੇਰੇ ਵਿੱਚ ਬੰਨਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ। So Genesis 15, ਉਤਪਤ 15 God says, I will multiply thee. ਖੁਦਾ ਆਖਦਾ ਹੈ ਕਿ ਤੈਨੂੰ ਮੈਂ ਵਧਾਵਾਂਗਾ। Abraham said what? ਅਬਰਾਹਾਮ ਨੇ ਕੀ ਆਖਿਆ? Are you with me? ਕੀ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਹੋ? Genesis 15, ਉਤਪਤ 15 ਵਿੱਚ God says, I will multiply you, Abraham. ਖੁਦਾ ਕੇ ਅਬਰਾਹਾਮ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਬਹੁਤ ਵਧਾਵਾਂਗਾ। Abraham says, ਅਬਰਾਹਾਮ ਕਹਿੰਦਾ ਹੈ Amen. ਆਮੀਨ। Genesis 17, ਉਤਪਤ 17 ਵਿੱਚ God repeats the same message. ਖੁਦਾ ਫਿਰ ਤੋਂ ਉਹੀ ਸੰਦੇਸ਼ ਪ੍ਰਚਾਰ ਕਰਦਾ ਹੈ Says, I will multiply thy seed exceedingly. ਕਿ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ। And God is expecting the same Amen of Genesis 15. ਅਤੇ ਖੁਦਾ ਨੇ ਜਦ ਉਤਪਤ 17 ਵਿੱਚ ਆ ਕੇ ਅਬਰਾਹਾਮ ਨੂੰ ਉਹੀ ਗੱਲ ਆਖੀ But something has happened in between. ਤਾਂ ਖੁਦਾ ਸੋਚ ਰਿਹਾ ਸੀ ਕਿ ਅਬਰਾਹਾਮ ਫਿਰ ਤੋਂ ਮੈਨੂੰ ਆਮੀਨ ਕਹੇਗਾ ਕਿ ਮੇਰੀ ਵਚਨ ਨੂੰ Sarah ਮੰਨੇਗਾ। has come with Hagar. ਪਰ ਇਸ ਦੋਨਾਂ ਅਧਿਆਏ ਦੇ ਵਿਚਕਾਰ ਸਾਰਾ ਆ ਗਈ ਅਬਰਾਹਾਮ ਦੇ So ਕੋਲ। his Amen of Genesis 15 ਓਕੇ, ਇਹਨਾਂ ਦੋ ਅਧਿਆਏ ਦੇ ਵਿਚਕਾਰ ਸਾਰਾ ਨੇ ਹਾਜ਼ਰਾ ਅਬਰਾਹਾਮ ਨੂੰ ਦਿੱਤੀ। you are following me? ਤੁਸੀਂ ਮੇਰੇ ਨਾਲ ਹੋ, ਸਮਝੇ ਇਸ ਗੱਲ ਨੂੰ? You understand that Genesis 15 had a promise of many children. ਸੋ ਕੀ ਉਹ ਇੱਥੇ ਭਾਈ ਨੇ ਕੀ ਸਮਝਾਇਆ? ਉਤਪਤ 15 ਵਿੱਚ ਖੁਦਾ ਅਬਰਾਹਾਮ ਦੇ ਕੋਲ ਆਇਆ ਅਤੇ ਖੁਦਾ ਨੇ ਉਸ ਨੂੰ ਵਾਅਦਾ ਦਿੱਤਾ ਕਿ ਮੈਂ ਤੇਰੀ ਅੰਸ਼ ਨੂੰ ਤਾਰਿਆਂ ਜਿੰਨਾ ਵਧਾਵਾਂਗਾ। ਅਬਰਾਹਾਮ ਨੇ ਕੀ ਕੀਤਾ ਉਸ ਗੱਲ ਉੱਤੇ? ਆਮੀਨ, ਕਿ ਹਾਂ ਮੈਂ ਤੇਰੇ ਉੱਤੇ ਵਿਸ਼ਵਾਸ ਕਰਦਾ ਹਾਂ। ਫਿਰ ਉਤਪਤ 17 ਵਿੱਚ ਆ ਕੇ ਖੁਦਾ ਨੇ ਸੇਮ ਸੰਦੇਸ਼ ਪ੍ਰਚਾਰ ਕੀਤਾ ਕਿ ਤੈਨੂੰ ਮੈਂ ਹੱਦੋਂ ਬਾਹਲਾ ਵਧਾਵਾਂਗਾ ਅਤੇ ਖੁਦਾ ਸੋਚ ਰਿਹਾ ਸੀ ਕਿ ਅਬਰਾਹਾਮ ਫਿਰ ਆਖੇਗਾ ਕਿ ਆਮੀਨ। ਪਰ ਕੀ ਹੋਇਆ? 16ਵੇਂ ਅਧਿਆਏ ਵਿੱਚ ਸਾਰਾ ਹਾਜ਼ਰਾ ਨੂੰ ਲੈ ਕੇ ਅਬਰਾਹਾਮ ਕੋਲ ਆ ਗਈ। So the same message here, Amen. Here, I'm not sure. ਉਹੀ ਸੰਦੇਸ਼ ਇਸ ਜਗ੍ਹਾ ਤੇ ਆਮੀਨ। ਜਦੋਂ ਦੁਬਾਰਾ ਆਇਆ ਪ੍ਰਭੂ ਮੈਨੂੰ ਪੱਕਾ ਨਹੀਂ ਪਤਾ ਹੋਵੇਗਾ ਕਿ ਨਹੀਂ। In chapter 17, 17ਵੇਂ ਅਧਿਆਏ ਵਿੱਚ when God says, I will multiply your children. ਜਦੋਂ ਖੁਦਾ ਆਖਦਾ ਹੈ ਕਿ ਮੈਂ ਤੇਰੀ ਅੰਸ਼ ਨੂੰ ਬਹੁਤਾ ਵਧਾਵਾਂਗਾ। Verse 3, Abraham fell on his face. ਤੀਸਰੀ ਆਇਤ ਵਿੱਚ ਲਿਖਿਆ ਤਾਂ ਅਬਰਾਹਾਮ ਆਪਣੇ ਮੂੰਹ ਦੇ ਭਾਰ ਡਿੱਗਿਆ। And there's somewhere where it says he laughed. My brother, I'm looking for that now. Verse 17. 17ਵੀਂ ਆਇਤ 17. ਤਾਂ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਰ ਉਹ ਹੱਸਿਆ। So in chapter 15, 15ਵੇਂ ਅਧਿਆਏ ਵਿੱਚ he's saying, praise God, hallelujah. ਉਹ ਆਖ ਰਿਹਾ ਹੈ I'm ਕਿ going to ਉਹ have ਪ੍ਰਭੂ ਦੀ ਮਹਿਮਾ ਹੋਵੇ। sons ਆਮੀਨ, ਹਾਲੇਲੂਇਆ। like the stars. ਅਸੀਂ ਮੇਰੀ ਅੰਸ਼ chapter 17 ਤਾਰਿਆਂ ਜਿੰਨੀ ਹੋਵੇਗੀ। ਪਰ 17ਵੇਂ ਅਧਿਆਏ ਵਿੱਚ Abraham, you're going to have sons like the stars. ਖੁਦਾ ਨੇ ਆ ਕੇ ਦੁਬਾਰਾ ਅਬਰਾਹਾਮ ਨੂੰ ਕਿਹਾ ਕਿ ਤਾਰਿਆਂ ਜਿੰਨੀ ਤੇਰੀ ਅੰਸ਼ ਨੂੰ ਵਧਾਵਾਂਗਾ। Abraham said, ਪਰ ਅਬਰਾਹਾਮ ਕੀ ਕਰ ਰਿਹਾ? he fell on his face and laughed. ਉਹ ਆਪਣੇ ਮੂੰਹ ਪਾ ਡਿੱਗ ਪਿਆ ਤੇ ਹੱਸਣ ਲੱਗਿਆ। And the reason he's laughing there is because something had happened in chapter 16. ਅਬਰਾਹਾਮ ਦੇ ਹੱਸਣ ਦਾ ਕਾਰਨ ਇਹ ਸੀ ਕਿ 16ਵੇਂ ਅਧਿਆਏ ਵਿੱਚ ਕੁਝ ਹੋਇਆ ਸੀ। And in verse 18, Abraham says, ਅਤੇ 18ਵੀਂ ਆਇਤ ਵਿੱਚ ਅਬਰਾਹਾਮ ਆਖ ਰਿਹਾ ਹੈ, I'm happy with Ishmael. ਅਬਰਾਹਾਮ ਨੇ ਆਖਿਆ ਕਿ ਇਸਮਾਇਲ ਹੀ ਤੇਰੇ ਹਜ਼ੂਰ ਜਿਉਂਦਾ ਰਹੇ। ਪਰ ਉਰੇ ਭਾਈ ਕਹਿ ਰਹੇ ਕਿ ਮੈਂ ਖੁਸ਼ ਹਾਂ ਇਸਮਾਇਲ ਨੂੰ ਲੈ ਕੇ। So between the 15th chapter and the 17th chapter, there was an injection of something which is not the word. 15ਵੇਂ ਅਤੇ 17ਵੇਂ ਅਧਿਆਏ ਵਿੱਚ ਕੁਝ ਹੋਇਆ ਸੀ ਕਿ There was something was injected which was not the word of God. ਭਾਈ ਕਹਿ ਰਹੇ ਹਨ ਕਿ 15ਵੇਂ ਅਤੇ 17ਵੇਂ ਅਧਿਆਏ ਦੇ ਵਿਚਕਾਰ ਅਬਰਾਹਾਮ ਨੂੰ ਇੱਕ ਟੀਕਾ ਲਾਇਆ ਗਿਆ ਜੋ ਕਿ ਵਿਸ਼ਵਾਸ ਦਾ ਨਹੀਂ ਸੀ, ਵਚਨ ਦਾ ਨਹੀਂ ਸੀ। So in the church, when the prophet gave us the end time message, ਇਸ ਲਈ ਕਲੀਸਿਆ ਦੇ ਵਿੱਚ ਜਦੋਂ ਨਬੀ ਨੇ ਸਾਨੂੰ ਅੰਤ ਸਮੇਂ ਦਾ ਸੰਦੇਸ਼ ਦਿੱਤਾ,
and has gone. ਅਤੇ ਹੁਣ ਜਾ ਚੁੱਕਾ ਹੈ। Something may be injected which is not the word of God, ਹੋ ਸਕਦਾ ਹੈ ਕਿ ਕੋਈ ਐਸਾ ਟੀਕਾ ਲਗਾ ਦਿੱਤਾ ਜਾਵੇ ਜੋ ਕਿ ਵਚਨ ਦਾ ਨਾ ਹੋਵੇ, which comes from the woman, ਜੋ ਕਿ Sarah, ਔਰਤ ਦੁਆਰਾ ਸਾਰਾ ਦੇ church. ਦੁਆਰਾ ਆਇਆ ਹੋਵੇ। a creed, a doctrine, a dogma. ਕੋਈ ਐਸਾ ਸੰਦੇਸ਼, ਕੋਈ ਐਸੀ ਸਿੱਖਿਆ ਜੋ ਕਿ ਖੁਦਾ ਦੇ ਵਚਨ ਦੁਆਰਾ ਨਾ ਹੋਵੇ ਪਰ ਕਿਸੇ ਦੁਆਰਾ ਲਗਾਈ ਦਿੱਤੀ ਜਾਵੇ। 620407. ਸੰਦੇਸ਼ ਜੋ ਕਿ ਹੈ 1962 ਚੌਥਾ ਮਹੀਨਾ 7 ਤਰੀਕ, ਉਸ ਦੇ ਆਉਣ ਦੇ ਚਿੰਨ੍ਹ 171. 171 ਨੰਬਰ ਪੈਰਾ। This nation is a whole lot like Israel. ਇਹ ਦੇਸ਼ ਇਜ਼ਰਾਈਲ ਦੀ ਤਰ੍ਹਾਂ ਹੈ। God gave them a land. ਖੁਦਾ ਨੇ ਉਹਨਾਂ ਨੂੰ ਜ਼ਮੀਨ ਦਿੱਤੀ, They come over and they ran the occupants out. ਅਤੇ ਉਹ ਇਸ ਜ਼ਮੀਨ ਵਿੱਚ ਆ ਗਏ ਅਤੇ ਉਸ ਦੇ ਵਾਸੀਆਂ ਨੂੰ ਬਾਹਰ ਕੱਢ ਦਿੱਤਾ। At first, just like Israel, which started with Solomon and David, who were fine kings, ਅਤੇ ਪਹਿਲਾਂ ਤਾਂ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਉਹਨਾਂ ਕੋਲ ਸੁਲੇਮਾਨ ਅਤੇ ਦਾਊਦ ਵਰਗੇ ਬਹੁਤ ਵਧੀਆ ਰਾਜੇ ਸਨ। later on there came Ahab. ਪਰ ਅੱਗੇ ਜਾ ਕੇ ਉਹਨਾਂ ਨੂੰ ਅਹਾਬ ਮਿਲਿਆ। Ahab was wishy-washy. Janana. ਪਹਿਲਾਂ ਉਹਨਾਂ ਨੂੰ ਬਹੁਤ ਵਧੀਆ ਦਾਊਦ ਅਤੇ ਸੁਲੇਮਾਨ ਵਰਗੇ ਰਾਜੇ ਮਿਲੇ, ਪਰ ਅੱਗੇ ਚੱਲ ਕੇ ਉਹਨਾਂ ਦੇ ਰਾਜ ਵਿੱਚ ਅਹਾਬ ਆ ਗਿਆ ਜੋ ਕਿ ਜਨਾਨਾ ਸੀ, Yeah. ਜੋ ਜਨਾਨਿਆਂ ਵਰਗਾ ਸੀ। Ahab was a puppet. ਲਿਖਿਆ ਹੈ ਕਿ ਅਹਾਬ ਇੱਕ ਪਪਟ ਸੀ, ਇੱਕ ਗੁੜੀਆ ਸੀ, ਇੱਕ ਡੋਲ। You use the word puppet. A doll that dances. ਅਹਾਬ ਇੱਕ ਪੁਤਲੀ ਦੀ ਤਰ੍ਹਾਂ ਸੀ, ਇੱਕ ਕਠਪੁਤਲੀ। ਦੇਖਿਆ ਤੁਸੀਂ ਉਂਗਲਾਂ ਦੇ ਨਾਲ ਉਹ ਨਚਾਉਂਦੇ ਹਨ ਉਹਨਾਂ ਨੂੰ ਧਾਗਾ ਬੰਨ੍ਹ ਕੇ, ਉਹ ਕਠਪੁਤਲੀ ਦੀ ਤਰ੍ਹਾਂ ਸੀ। The puppeteer puts his hand and can make it shout, shake his head, wave his hands. ਕਠਪੁਤਲੀ ਨੂੰ ਚਲਾਉਣ ਵਾਲਾ ਉਸ ਨੂੰ ਹਿਲਾ ਦਿੰਦਾ ਸੀ, ਉਸ ਦੇ ਦੁਆਰਾ ਜੋ ਬੁਲਾਉਣਾ ਚਾਹੁੰਦਾ ਬੁਲਾ ਦਿੰਦਾ। Yeah. ਮਤਲਬ ਉਸ ਦੇ ਇਸ਼ਾਰਿਆਂ ਤੇ ਨੱਚਦਾ ਸੀ। So, what Eve did was to make Adam a puppet to believe something which is not the word. ਹਵਾ ਨੇ ਕੀ ਕੀਤਾ ਸੀ? ਉਸਨੇ ਆਦਮ ਨੂੰ ਇੱਕ ਕਠਪੁਤਲੀ ਬਣਾ ਦਿੱਤਾ ਕਿ ਉਸ ਦੀ ਗੱਲ ਮੰਨੇ ਅਤੇ ਉਹ ਚੀਜ਼ ਦਾ ਵਿਸ਼ਵਾਸ ਕਰੇ ਜੋ ਕਿ ਵਚਨ ਨਹੀਂ ਸੀ। And when God came and said, Adam, why did you do that? ਅਤੇ ਜਦੋਂ ਖੁਦਾ ਆਇਆ ਅਤੇ ਉਸਨੇ ਕਿਹਾ ਆਦਮ ਤੂੰ ਇਹ ਕਿਉਂ ਕੀਤਾ? He said, the wife you gave me caused me to do this. ਉਸਨੇ ਕਿਹਾ ਇਹ ਪਤਨੀ ਜੋ ਤੂੰ ਮੈਨੂੰ ਦਿੱਤੀ ਹੈ ਉਸਨੇ ਮੇਰੇ ਤੋਂ ਇਹ ਕਰਵਾਇਆ। In other words, are you a puppet? ਦੂਸਰੇ ਸ਼ਬਦਾਂ ਵਿੱਚ ਕੀ ਤੂੰ ਕਠਪੁਤਲੀ ਹੈ? How could you let Sarah do that to you? ਕਿਵੇਂ ਤੂੰ ਸਾਰਾ ਨੂੰ ਆਪਣੇ ਨਾਲ ਇਹ ਕਰਨ ਦਿੱਤਾ? Ahab, how could you make Jezebel cause you to do that? ਅਹਾਬ ਕਿਉਂ ਤੂੰ ਇਜ਼ਬਲ ਨੂੰ ਆਪਣੇ ਨਾਲ ਇਸ ਤਰ੍ਹਾਂ ਕਰਨ ਦਿੱਤਾ? You are a wishy-washy. ਤੂੰ ਇੱਕ ਜਨਾਨਾ ਹੈ। You are an I don't know. ਤੂੰ ਕੀ ਹੈ ਮੈਨੂੰ ਪਤਾ ਹੀ ਨਹੀਂ। A puppet ਇੱਕ ਕਠਪੁਤਲੀ of Jezebel. ਇਜ਼ਬਲ ਦੀ ਕਠਪੁਤਲੀ। Jezebel is the neck of the kingdom guiding Ahab. ਇਜ਼ਬਲ ਰਾਜ ਦੀ ਗਰਦਨ, ਇਜ਼ਬਲ ਉਸ ਰਾਜ ਦਾ ਗਲਾ ਬਣ ਗਿਆ ਅਤੇ ਅਹਾਬ ਨੂੰ ਕੰਟਰੋਲ ਕਰਨ ਲੱਗ ਗਈ। Yes. The neck. ਹੁਣ ਇਹ ਗਰਦਨ, If those brothers can't see that my hand is behind this brother, ਕੁਝ ਭਾਈ ਨਹੀਂ ਦੇਖ ਸਕਦੇ ਮੇਰਾ ਹੱਥ ਉਸ ਭਾਈ ਦੇ ਪਿੱਛੇ ਹੈ ਗਰਦਨ ਦੇ ਉੱਤੇ, but I could hide behind him. ਮੈਂ ਉਸ ਦੇ ਪਿੱਛੇ ਲੁਕ ਸਕਦਾ ਹਾਂ। ਸਮਝ ਗਏ ਭਾਈ ਕੀ ਕਹਿ ਰਹੇ ਹਨ ਕਿ ਇਜ਼ਬਲ ਨੇ ਅਹਾਬ ਨੂੰ ਇੱਕ ਕਠਪੁਤਲੀ ਤਰ੍ਹਾਂ ਉਸ ਦੇ ਪਿੱਛੋਂ ਦੀ ਹੋ ਕੇ ਜੋ ਉਹ ਕਰਨਾ ਚਾਹੁੰਦੀ ਸੀ ਉਹ ਕਰਵਾਇਆ। I will ask him a question. ਮੈਂ ਭਾਈ ਤੋਂ ਇੱਕ ਸਵਾਲ ਪੁੱਛਾਂਗਾ, Why were you moving your head like that? ਤੁਸੀਂ ਕਿਉਂ ਆਪਣਾ ਸਿਰ ਐਵੇਂ ਹਿਲਾ ਰਹੇ ਸੀ? Tell me. Controlling me from behind. Why were you moving your head? Because you were controlling me from behind, from the shadows. So it was not you. No, it was not me. ਹਾਂ, ਮੈਂ ਭਾਈ ਨੂੰ ਜਵਾਬ ਦਿੱਤਾ ਕਿ ਤੁਸੀਂ ਮੇਰੇ ਪਿੱਛੋਂ ਹੋ ਕੇ ਮੈਨੂੰ ਹਿਲਾ ਰਹੇ ਸੀ
ਜਾਂ ਮੈਨੂੰ ਕੰਟਰੋਲ ਕਰ ਰਹੇ ਸੀ। ਭਾਈ ਕਹਿੰਦੇ ਕੀ ਮਤਲਬ ਇਹ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਕੀਤਾ? ਮੈਂ ਕਿਹਾ ਨਹੀਂ। So I was causing Brother Stephen to say, so ਹੁਣ the preacher says, baptism in the name of Jesus Christ. No, say same. Say the same. The preacher says, baptism in the name of Jesus Christ. ਪ੍ਰਚਾਰਕ ਆਖਦਾ ਹੈ ਕਿ ਬਪਤਿਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਹੈ। And this believer ਹੁਣ ਇਹ ਵਿਸ਼ਵਾਸੀ starts doing that. ਹੁਣ ਇਹ ਇਵੇਂ ਕਰਨ ਲੱਗ ਗਿਆ ਵੀ ਨਹੀਂ। Is he saying amen? ਕੀ ਹੁਣ ਇਹ ਆਮੀਨ ਕਹਿ ਰਿਹਾ ਹੈ? He is saying, no, 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 no. ਹੁਣ ਭਾਈ ਨੇ ਕਿਹਾ ਕਿ ਬਪਤਿਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਹੈ, ਪਰ ਜੇਕਰ ਮੈਂ ਕਠਪੁਤਲੀ ਹਾਂ, ਮੈਨੂੰ ਕੋਈ ਕੰਟਰੋਲ ਕਰ ਰਿਹਾ ਹੈ ਕਿ ਮੈਂ ਕੀ ਕਰਾਂਗਾ? ਨਹੀਂ ਨਹੀਂ ਨਹੀਂ। So I have to decide, is it him or there is some hand behind him? ਹੁਣ ਮੈਨੂੰ ਇਹ ਫੈਸਲਾ ਲੈਣਾ ਪਵੇਗਾ ਕਿ ਹੁਣ ਇਹ ਭਾਈ ਖੁਦ ਆਪਣੇ ਹੋਸ਼ੋ ਆਵਾਜ਼ ਵਿੱਚ ਇਹ ਗੱਲ ਕਹਿ ਰਿਹਾ ਹੈ ਕਿ ਕੋਈ ਇਸ ਦੇ ਪਿੱਛੋਂ ਹੋ ਕੇ ਇਹ ਗੱਲ ਕਹਿ ਰਿਹਾ ਹੈ। Because this brother loves the Lord. ਕਿਉਂਕਿ ਇਹ ਭਾਈ ਤਾਂ ਪ੍ਰਭੂ ਨੂੰ ਪਿਆਰ When ਕਰਦਾ I ਹੈ। read him a quotation, ਅਤੇ ਜੇਕਰ ਮੈਂ ਕੋਈ I ਸੰਦੇਸ਼ ਵਿੱਚੋਂ expect ਕੁਝ him ਪੜ੍ਹ to ਰਿਹਾ say, ਹਾਂ, yes, 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 yes. ਜੇਕਰ ਮੈਂ ਸੰਦੇਸ਼ ਵਿੱਚੋਂ ਹਵਾਲਾ ਪੜਾਂਗਾ ਤਾਂ ਉਹ ਭਾਈ ਕਹੇਗਾ ਹਾਂ ਹਾਂ But- ਹਾਂ ਸਹੀ ਹੈ। All of a sudden, ਪਰ ਇੱਕਦਮ after he said yes, ਹਾਂ he ਕਹਿਣ now ਤੋਂ says, ਬਾਅਦ no, 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 no. ਹਾਂ ਕਹਿਣ ਤੋਂ ਕੁਝ ਸਮੇਂ ਬਾਅਦ ਉਸਨੇ ਕਿਹਾ ਨਹੀਂ 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 ਨਹੀਂ। According to the scripture and the quotations, ਇਸ ਆਇਤ must- ਅਤੇ ਹਵਾਲਿਆਂ ਦੇ ਮੁਤਾਬਿਕ I must know that this is not my brother. This is now a puppet. ਹੁਣ ਜੋ ਇਹ ਹਵਾਲੇ ਦਿੱਤੇ ਹਨ ਇਹਨਾਂ ਦੇ ਮੁਤਾਬਿਕ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਇਹ ਉਹ ਭਾਈ ਨਹੀਂ ਰਿਹਾ, ਇਹ ਇੱਕ ਕਠਪੁਤਲੀ ਬਣ ਗਿਆ ਹੈ। Jezebel is the neck. ਇਜ਼ੇਬਲ ਉਹ ਗਰਦਨ ਬਣ ਗਈ ਸੀ, Ahab is the head. ਅਹਾਬ ਸਿਰ ਸੀ, But he is not in charge. ਪਰ Is he not in control? ਹੁਣ ਉਹ ਹਕੂਮਤ ਵਿੱਚ ਨਹੀਂ ਰਿਹਾ ਕਿਉਂਕਿ ਉਸ ਦੀ ਗਰਦਨ ਇਜ਼ਬਲ ਸੀ ਅਤੇ ਉਹ ਉਸ ਨੂੰ ਕੰਟਰੋਲ ਕਰ ਰਹੀ ਸੀ। The one who is in control is the one who is moving the head. ਹੁਣ ਜੋ ਕੰਟਰੋਲ ਵਿੱਚ ਹੈ ਉਹੀ ਹੈ ਜੋ ਉਸ ਦੀ ਗਰਦਨ ਨੂੰ ਜਾਂ ਸਿਰ ਨੂੰ ਹਿਲਾ ਰਹੀ ਹੈ ਇੱਧਰ ਉੱਧਰ। You understand that? ਤੁਸੀਂ ਸਮਝਿਆ ਇਸ ਚੀਜ਼ ਨੂੰ? Let's read another quotation. ਆਓ ਇੱਕ ਹੋਰ ਹਵਾਲਾ ਪੜ੍ਹਦੇ ਹਾਂ। 63:06:28. 1963 6ਵਾਂ ਮਹੀਨਾ ਉਸ ਦੀ 28 ਤਰੀਕ ਸਵੇਰ ਦੀ ਮੀਟਿੰਗ ਦਾ ਨਾਮ ਹੈ ਓ ਲਾਰਡ ਜਸਟ ਵਾਂਸ ਮੋਰ, ਹੇ ਪ੍ਰਭੂ ਇੱਕ ਵਾਰੀ ਹੋਰ। 177. And 177 remember, ਪੈਰਾ। in that time, all the ministers give in, were overcome. They were overcome, yeah? They were forced to say yes. ਅਤੇ ਯਾਦ ਰੱਖੋ ਕਿ ਉਸ ਸਮੇਂ ਵਿੱਚ ਸਾਰੇ ਜੋ ਮਿਨਿਸਟਰ ਜੋ ਪ੍ਰਚਾਰਕ ਸਨ ਉਹ ਉਹਨਾਂ ਗੱਲਾਂ ਨੂੰ ਮੰਨ ਗਏ ਜਾਂ ਦਬਾ ਲਏ ਗਏ। To give in is to surrender. ਗਿਵ ਇਨ ਦਾ ਮਤਲਬ ਹੈ ਕਿ ਉਹਨਾਂ ਨੇ ਉਸ ਦੀ ਗੱਲ ਮੰਨ ਲਈ ਜਾਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। So all the ministers at the time of Jezebel, they give in. ਇਜ਼ਬਲ ਦੇ ਸਮੇਂ ਦੇ ਸਾਰੇ ਪ੍ਰਚਾਰਕ ਉਸ ਦੇ ਦਬਾਅ ਹੇਠ ਸਨ ਜਾਂ ਉਸ ਦੀ ਗੱਲ ਹੇਠ ਆ ਚੁੱਕੇ ਸਨ। They had a leader, but their leader was not Ahab. Their leader was Jezebel. ਹੁਣ ਉਹਨਾਂ ਸਾਰੇ ਪ੍ਰਚਾਰਕਾਂ ਦਾ ਇੱਕ ਲੀਡਰ, ਇੱਕ ਅਗੂਆ ਸੀ ਜੋ ਕਿ ਅਹਾਬ ਨਹੀਂ ਸੀ ਬਲਕਿ ਇਜ਼ਬਲ ਸੀ। Oh, Jezebel was their leader. ਇਜ਼ਬਲ ਉਹਨਾਂ ਦਾ ਅਗੂਆ ਸੀ। Ahab himself was a very nice guy. ਅਹਾਬ ਖੁਦ ਦਾ ਇੱਕ ਬਹੁਤ ਵਧੀਆ ਇਨਸਾਨ ਸੀ, But Jezebel was the neck behind the head. ਪਰ ਇਜ਼ਬਲ ਉਹ ਗਰਦਨ ਸੀ ਜੋ ਉਸ ਦੇ ਸਿਰ ਪਿੱਛੇ ਸੀ, ਜੋ ਉਸ ਨੂੰ ਕੰਟਰੋਲ ਕਰ ਰਹੀ ਸੀ। She was the one who did it. ਇਜ਼ਬਲ ਸੀ ਜਿਸ ਨੇ ਇਹ ਕੀਤਾ। She was the renegade. The rascal. ਇਜ਼ਬਲ ਇੱਕ ਬਦਮਾਸ਼ ਕਿਸਮ ਦੀ ਔਰਤ ਸੀ ਜੋ ਉਸ ਤੋਂ ਇਹ ਸਭ ਕੁਝ ਕਰਵਾ ਰਹੀ ਸੀ।
I haven't got nothing against that man. ਹੁਣ ਉਸ ਵਿਅਕਤੀ ਅਹਾਬ ਦੇ ਵਿਰੁੱਧ ਮੇਰੇ ਮਨ ਵਿੱਚ ਕੁਝ ਨਹੀਂ ਹੈ, But behind the man is the Jezebel system. ਪਰ ਉਸ ਮਨੁੱਖ ਦੇ ਪਿੱਛੇ ਇਜ਼ਬਲ ਦਾ Program, organization. ਹੁਣ ਅਹਾਬ ਦੇ ਵਿਰੁੱਧ ਮੇਰੇ ਕੋਲ ਕੁਝ ਨਹੀਂ ਹੈ, ਪਰ ਉਸ ਅਹਾਬ ਦੇ ਪਿੱਛੇ ਇਜ਼ਬਲ ਦੀ ਪ੍ਰਣਾਲੀ ਹੈ ਜੋ ਕੰਮ ਕਰ ਰਹੀ ਹੈ। There was an election in America in this book I'm reading from. ਹੁਣ ਅਮਰੀਕਾ ਵਿੱਚ ਵੋਟਾਂ ਦਾ ਸਮਾਂ ਸੀ, ਜਿਸ ਕਿਤਾਬ ਵਿੱਚ ਮੈਂ ਪੜ੍ਹ ਰਿਹਾ, ਭਾਈ ਬ੍ਰਾਨਮ ਉੱਤੇ ਗੱਲ ਕਰ ਰਹੇ ਹਨ। They had just voted for Kennedy ਅਤੇ ਉਹਨਾਂ ਨੇ ਜੌਨ ਐਫ ਕੈਨੇਡੀ ਨੂੰ ਵੋਟ ਕੀਤੀ ਸੀ ਅਤੇ ਜਿਤਾ ਦਿੱਤਾ to the White House. ਅਤੇ ਉਸ ਨੂੰ ਵਾਈਟ ਹਾਊਸ ਵਿੱਚ ਲੈ ਆਂਦਾ। Brother Branham said that was Ahab to the White House. Ahab. ਭਾਈ ਬ੍ਰਾਨਮ ਕਹਿੰਦੇ ਹਨ ਇਹ ਅਹਾਬ ਹੈ ਹੁਣ ਜੋ ਵਾਈਟ ਹਾਊਸ ਵਿੱਚ ਵੜ ਗਿਆ। So the story of Ahab in the Old Testament was a prophecy of the election in America that put Kennedy. ਹੁਣ ਅਹਾਬ ਜੋ ਪੁਰਾਣੇ ਨੇਮ ਵਿੱਚ ਹੈ ਉਹ ਇੱਕ ਭਵਿੱਖਬਾਣੀ ਸੀ ਅਮਰੀਕਾ ਦੇ ਇੱਕ ਇਲੈਕਸ਼ਨ ਦੀ, ਜਿੱਥੇ ਜੌਨ ਐਫ ਕੈਨੇਡੀ ਵਾਈਟ ਹਾਊਸ ਵਿੱਚ ਬੈਠ ਗਿਆ। So the story of Abraham we are reading and we have been going through is a prophecy of what's happening in this village. ਅਤੇ ਅਬਰਾਹਮ ਦੀ ਕਹਾਣੀ ਜੋ ਅਸੀਂ ਪੜ੍ਹੀ ਉਹ ਅੱਜ ਇਸ ਜਗ੍ਹਾ ਦੀ ਭਵਿੱਖਬਾਣੀ ਸੀ ਜੋ ਹੁਣ ਵਾਪਰ ਰਹੀ ਹੈ। Ahab himself was a pretty good sort of a fellow. ਅਹਾਬ ਖੁਦ ਦਾ ਇੱਕ ਵਧੀਆ ਕਿਸਮ ਦਾ ਵਿਅਕਤੀ ਸੀ। Ahab wanted to repent. ਅਹਾਬ ਪਛਤਾਤਾਪ ਕਰਨਾ ਚਾਹੁੰਦਾ ਸੀ ਜਾਂ ਤੌਬਾ ਕਰਨਾ ਚਾਹੁੰਦਾ ਸੀ, But because of Jezebel, he couldn't do it. ਪਰ ਇਜ਼ਬਲ ਦੇ ਕਾਰਨ ਉਹ ਨਾ ਕਰ ਸਕਿਆ। So he becomes confused because he wants to say, I'm sorry, but he can't say, I'm sorry. ਇਸ ਕਾਰਨ ਅਹਾਬ ਦੁਬਿਧਾ ਵਿੱਚ ਪੈ ਗਿਆ, ਕਿਉਂਕਿ ਉਹ ਖੁਦ ਤਾਂ ਜਾ ਕੇ ਕਹਿਣਾ ਚਾਹੁੰਦਾ ਸੀ ਮੈਂ क्षमा ਚਾਹੁੰਦਾ ਹਾਂ, ਮਾਫੀ ਚਾਹੁੰਦਾ ਹਾਂ, ਪਰ ਇਜ਼ਬਲ ਦੇ ਕਾਰਨ ਉਹ ਨਾ ਕਹਿ ਸਕਿਆ। You remember the story of Mount Carmel where Elijah killed the prophets of Baal? ਤੁਹਾਨੂੰ ਕਰਮਲ ਪਹਾੜ ਦੀ ਘਟਨਾ ਯਾਦ ਹੈ ਜਿੱਥੇ ਏਲੀਆ ਨੇ ਝੂਠੇ ਨਬੀਆਂ ਨੂੰ ਮਾਰਿਆ ਸੀ। When he came back home and told Jezebel, ਅਤੇ ਜਦੋਂ ਉਹ ਵਾਪਸ ਆਇਆ ਤੇ ਉੱਤੇ ਉਸਨੇ ਇਜ਼ਬਲ ਨੂੰ ਦੱਸਿਆ, Jezebel overrode the Mount Carmel experience the story that happened on Mount Carmel. When Jezebel heard it, she reversed all the testimony. She reversed it. In other words, the whole nation had gone to Jehovah. She says, I'm going to take the nation back to Baal. ਕਰਮਲ ਪਹਾੜ ਉੱਤੇ ਕੀ ਹੋਇਆ ਕਿ ਏਲੀਆ ਨਬੀ ਨੇ ਬਾਲ ਦੇ ਸਾਰੇ ਪੁਜਾਰੀਆਂ ਨੂੰ ਮਾਰ ਦਿੱਤਾ, ਪਰ ਜਦੋਂ ਅਹਾਬ ਨੇ ਇਹ ਗੱਲ ਜਾ ਕੇ ਇਜ਼ਬਲ ਨੂੰ ਦੱਸੀ ਤਾਂ ਉਸਨੇ ਕੀ ਕਿਹਾ ਕਿ ਹੁਣ ਮੈਂ ਇਸ ਨੂੰ ਬਦਲ ਦੇਵਾਂਗੀ ਜਾਂ ਪੁੱਠਾ ਕਰ ਦੇਵਾਂਗੀ, ਅਤੇ ਜੋ ਲੋਕ ਹੁਣ ਉਸ ਚੀਜ਼ ਨੂੰ ਵੇਖ ਕੇ ਯਹੋਵਾ ਕੋਲ ਚਲੇ ਗਏ ਉਹਨਾਂ ਨੂੰ ਵਾਪਸ ਲੈ ਆਵਾਂਗੀ। A car is going that way driving. Ahab is driving ਹੁਣ on Mount Carmel. ਅਹਾਬ ਕਰਮਲ ਪਹਾੜ ਵੱਲ ਇੱਧਰ ਨੂੰ ਗੱਡੀ ਚਲਾ ਰਿਹਾ ਹੈ ਜਾਂ ਅੱਗੇ ਵਧ ਰਿਹਾ ਹੈ। He comes out of the car ਉਹ ਗੱਡੀ ਤੋਂ ਬਾਹਰ ਨਿਕਲਦਾ ਹੈ to drink a little water. ਤਾਂ ਕਿ ਥੋੜਾ ਸਮਾਂ ਪਾਣੀ ਪੀ ਲਵੇ। You see the car is reversing. Jezebel is on the wheel. He is reversing. ਹੁਣ ਕੀ ਹੋਇਆ, ਹੁਣ ਕਾਰ ਪੁੱਠੀ ਚੱਲਣ ਲੱਗੀ ਪਿੱਛੇ ਨੂੰ। Jezebel is going back where it came from. ਹੁਣ ਇਜ਼ਬਲ ਉਸ ਨੂੰ ਵਾਪਸ ਉੱਥੇ ਲਿਜਾ ਰਹੀ ਹੈ ਜਿੱਥੋਂ ਉਹ ਆਇਆ ਸੀ। So Mount Carmel for Jehovah. ਕਰਮਲ ਪਹਾੜ ਤੇ ਜੋ ਹੋਇਆ ਉਹਨਾਂ ਨੂੰ ਯਹੋਵਾ ਕੋਲ ਲੈ ਗਿਆ, Jezebel reverse gear. ਪਰ ਇਜ਼ਬਲ ਨੇ ਉਹਨਾਂ ਨੂੰ ਰਿਵਰਸ ਗੀਅਰ ਪਾਇਆ ਤੇ ਵਾਪਸ ਲੈ ਆਏ। So who is in charge in Israel? ਅਤੇ ਹੁਣ ਇਜ਼ਰਾਈਲ ਦਾ ਅਗੂਆ ਕੌਣ ਸੀ ਇਸ ਸਮੇਂ? On Mount Carmel, after Elijah had preached, everyone was saying, Jehovah, He is God. Jehovah, He is God. ਕਰਮਲ ਪਹਾੜ ਤੇ ਜੋ ਹੋਇਆ ਵੇਖ ਕੇ ਲੋਕ ਕਹਿਣ ਲੱਗੇ ਯਹੋਵਾ ਖੁਦਾ ਹੈ, ਯਹੋਵਾ ਖੁਦਾ ਹੈ। When Ahab went home, ਪਰ ਜਦੋਂ ਅਹਾਬ ਵਾਪਸ ਕਰ ਗਿਆ, he now says we have to pray about this issue of Jehovah because we just need a revelation on it. ਅਤੇ ਉਸਨੇ ਘਰ ਜਾ ਕੇ ਕੀ ਕਿਹਾ? ਉਸਨੇ ਕਿਹਾ ਸਾਨੂੰ ਹੁਣ ਇਸ ਘਟਨਾ ਉੱਤੇ ਪ੍ਰਾਰਥਨਾ ਦੀ ਜ਼ਰੂਰਤ ਹੈ ਕਿ ਖੁਦਾ ਸਾਨੂੰ ਦਿਖਾਵੇ ਕਿ ਅਸੀਂ ਕੀ Are ਕਰੀਏ। you understanding that Ahab, though he was happy, he was changed by the controller.
ਤੁਸੀਂ ਸਮਝੇ ਇੱਥੇ ਕੀ ਹੋਇਆ? ਚਾਹੇ ਕਿ ਅਹਾਬ ਖੁਸ਼ ਹੋਇਆ ਕਿ ਲੋਕ ਯਹੋਵਾ ਵੱਲ ਮੁੜ ਗਏ, ਪਰ ਇੱਕ ਸਮਾਂ ਆ ਜਦੋਂ ਘਰ ਗਿਆ, ਉਸਨੇ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਉਸਨੇ ਉਸ ਨੂੰ ਬਦਲ ਦਿੱਤਾ, ਕੰਟਰੋਲ ਕਰ ਲਿਆ ਆਪਣੇ ਹੱਥਾਂ ਵਿੱਚ। I'm sure you have understood that. ਮੇਰਾ ਵਿਸ਼ਵਾਸ ਹੈ ਤੁਸੀਂ ਸਮਝੇ ਹੋਗੇ। And I'm nearly 1.5 hours, so ਮੈਨੂੰ 1.5 ਘੰਟਾ ਹੋਣ ਵਾਲਾ ਹੈ I am now going to land. ਅਤੇ ਹੁਣ ਮੈਂ ਲੈਂਡ ਕਰਨ ਜਾ ਰਿਹਾ ਹਾਂ। I read to you 1 Peter 3, verse 6. ਮੈਂ ਤੁਹਾਡੇ ਨਾਲ ਪਹਿਲਾ ਪਤਰਸ ਉਸ ਦਾ 3ਰਾ ਅਧਿਆਇ ਪੜ੍ਹਿਆ। And it says, Abraham was obeyed by Sarah. ਇੱਥੇ ਲਿਖਿਆ ਹੈ, ਜਿਵੇਂ ਸਾਰਾ ਅਬਰਾਹਮ ਨੂੰ ਸੁਆਮੀ ਕਹਿ ਕੇ ਉਹਦੇ ਅਧੀਨ ਰਹੀ। She called him Lord. ਉਹ ਉਸ ਨੂੰ ਸੁਆਮੀ ਆਖਦੀ ਸੀ। And says, you are the daughters of Sarah. ਅਤੇ ਲਿਖਿਆ ਹੈ ਕਿ ਤੁਸੀਂ ਸਾਰਾ ਦੀਆਂ ਬੱਚੀਆਂ ਹੋ। And this includes men and women. ਅਤੇ ਇਸ ਦੇ ਵਿੱਚ ਪਤੀ ਅਤੇ ਪਤਨੀ ਜਾਂ ਬੰਦੇ ਔਰਤਾਂ ਦੋਨੋਂ ਆਉਂਦੇ ਹਨ। Because as a church, we are all the bride. ਕਿਉਂਕਿ ਕਲੀਸਿਆ ਦੇ ਤੌਰ ਤੇ ਅਸੀਂ ਸਭ ਦੁਲਹਨ ਦਾ ਹਿੱਸਾ ਹਾਂ। We are all daughters of Sarah. ਅਸੀਂ ਸਾਰੇ ਸਾਰਾ ਦੀਆਂ ਬੱਚੀਆਂ ਹਾਂ। We say to our Jesus, Lord. ਅਸੀਂ ਆਪਣੇ ਪਤੀ ਯੀਸ਼ੂ ਨੂੰ ਕਹਿੰਦੇ ਹਾਂ ਸੁਆਮੀ। Like Sarah called Abraham Lord. ਜਿਸ ਤਰ੍ਹਾਂ ਸਾਰਾ ਆਪਣੇ ਪਤੀ ਅਬਰਾਹਮ ਨੂੰ ਸੁਆਮੀ ਆਖਦੀ ਸੀ। She said that in Genesis 18. ਉੱਥੇ ਲਿਖਿਆ ਹੈ ਕਿ ਉਤਪਤ 18 ਵਿੱਚ When Elohim came to Mamre ਜਦੋਂ ਐਲੋਹੀਮ ਮਮਰੇ ਦੇ ਬਲੂਤਾਂ ਵਿੱਚ ਆਇਆ and fellowshiped with Abraham, ਅਤੇ ਅਬਰਾਹਮ ਨਾਲ ਸੰਗਤ ਕੀਤੀ, gave the promise of Sarah and removed the promise of Hagar, which was not a promise. ਤਾਂ ਖੁਦਾ ਨੇ ਅਬਰਾਹਮ ਨੂੰ ਸਾਰਾ ਦਾ ਵਾਅਦਾ ਦਿੱਤਾ ਜੋ ਉਸ ਦੇ ਨਾਲ ਨੇਮ ਸੀ ਅਤੇ ਹਾਜ਼ਰਾ ਨੂੰ ਉਸ ਵਿੱਚੋਂ ਕੱਢ ਦਿੱਤਾ। So Peter says, please behave well. ਇਸ ਲਈ ਪਤਰਸ ਆਖਦਾ ਹੈ ਕਿ ਸ਼ੁਭ ਕਰਮ ਕਰਦੀਆਂ ਰਹੋ And don't be afraid with amazement, but I don't think I have time to explain that now. ਅਤੇ ਕਿਸੇ ਪ੍ਰਕਾਰ ਦੀ ਡਹਿਲ ਨਾਲ ਨਾ ਡਰੋ। So I'll carry on after a break. Sure, I can take a break now. ਅਤੇ ਹੁਣ ਇੱਕ ਛੋਟੇ ਬ੍ਰੇਕ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਦੁਬਾਰਾ। After a break, if it's not here, I'll continue somewhere else. But ਛੋਟੇ ਬ੍ਰੇਕ ਤੋਂ ਬਾਅਦ ਅਸੀਂ if ਅੱਗੇ it's ਵਧਾਂਗੇ। here, I'll carry on from where I've finished. ਜੇਕਰ To ਇੱਥੇ ਨਹੀਂ ਤਾਂ ਅਸੀਂ talk ਕਿਤੇ about ਹੋਰ ਸ਼ੁਰੂ ਕਰਾਂਗੇ, Abraham. ਪਰ ਅਸੀਂ ਅਬਰਾਹਮ ਉੱਤੇ ਗੱਲ ਕਰਾਂਗੇ। And I'm sure that we've seen that what happened to Abraham and to his time was a prophecy of our day. ਪਰ ਮੇਰਾ ਵਿਸ਼ਵਾਸ ਹੈ ਤੁਸੀਂ ਸਮਝੇ ਹੋ ਕਿ ਜੋ ਅਬਰਾਹਮ ਦੇ ਸਮੇਂ ਉਸ ਦੇ ਨਾਲ ਹੋਇਆ ਉਹ ਅੱਜ ਦੇ ਸਮੇਂ ਦੀ ਤਸਵੀਰ ਹੈ। The pillar of fire, ਪਿਲਰ ਆਫ ਫਾਇਰ, discernment, ਅੱਗ ਦਾ ਖੰਭਾ, ਪਰਖ ਕਰਨਾ, as it was in the days of Sodom, ਜਿਸ ਤਰ੍ਹਾਂ ਸਦੋਮ ਦੇ ਦਿਨਾਂ ਵਿੱਚ ਸੀ। all those things. But I wanted to bring in day-to-day events in his life, prophesy of day-to-day events in our lives. ਅਤੇ ਉਹ ਸਭ ਚੀਜ਼ਾਂ ਜੋ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹੋਈਆਂ, ਉਹ ਚੀਜ਼ਾਂ ਮੈਂ ਤੁਹਾਨੂੰ ਅੱਜ ਦੇ ਸਮੇਂ ਵਿੱਚ ਵਿਖਾਉਣਾ ਚਾਹੁੰਦਾ ਹਾਂ। So when there is a Mount Carmel followed by Elijah on the run, it means there is a Jezebel somewhere. ਜਦੋਂ ਕਰਮਲ ਪਹਾੜ ਹੋਵੇ ਅਤੇ ਉੱਥੇ ਏਲੀਆ ਹੋਵੇ ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਕਿਤੇ ਨਾ ਕਿਤੇ ਇਜ਼ਬਲ ਵੀ ਜ਼ਰੂਰ ਹੈ। You got Elijah on the run. For Elijah to run away from Jezebel after having such an experience on Mount Carmel, something changed it, reversed it. ਜਦੋਂ ਏਲੀਆ ਨੇ ਕਰਮਲ ਪਹਾੜ ਉੱਤੇ ਉਸ ਬਾਲ ਦੇ ਪ੍ਰਚਾਰਕਾਂ ਨੂੰ ਮਾਰਿਆ, ਉਸ ਤੋਂ ਬਾਅਦ ਉਸ ਨੂੰ ਭੱਜਣਾ ਪਿਆ। ਅਤੇ ਭਾਈ ਕਹਿ ਰਹੇ ਹਨ ਜੇਕਰ ਉਹ ਭੱਜ ਰਿਹਾ ਸੀ, ਇਸ ਦਾ ਮਤਲਬ ਜ਼ਰੂਰ ਉਸ ਸਮੇਂ ਕੁਝ ਹੋਇਆ ਸੀ, ਉੱਥੇ ਕੋਈ ਸੀ, ਉਹ ਇਜ਼ਬਲ ਜਿਸ ਦੇ ਕਾਰਨ ਇਹ ਹੋਇਆ। Amen. So I will close in a word of prayer this portion before I call the pastor. ਆਮੀਨ। ਅਤੇ ਮੈਂ ਪ੍ਰਾਰਥਨਾ ਨਾਲ ਇਸ ਨੂੰ ਬੰਦ ਕਰਾਂਗਾ ਤੇ ਫਿਰ ਪ੍ਰਚਾਰਕ ਅੱਗੇ ਆਉਣਗੇ। Let's pray. ਆਓ ਪ੍ਰਾਰਥਨਾ ਕਰਦੇ ਹਾਂ। Lord Jesus, ਪ੍ਰਭੂ ਯੀਸ਼ੂ, we approach your throne again at this time, at the end of this service. ਖੁਦਾਵੰ ਇਸ ਸਭਾ ਦੀ ਸਮਾਪਤੀ ਤੇ ਅਸੀਂ ਫਿਰ ਤੋਂ ਤੇਰੇ ਅੱਗੇ ਆਉਂਦੇ ਹਾਂ। We know that the Bible is not just a story of history. ਅਸੀਂ ਜਾਣਦੇ ਹਾਂ ਖੁਦਾਵੰ ਕਿ ਬਾਈਬਲ ਇਤਿਹਾਸ ਦੀ ਸਿਰਫ ਇੱਕ ਕਿਤਾਬ ਹੀ ਨਹੀਂ। It's not just an Old Testament to be put aside. ਪ੍ਰਭੂ ਸਿਰਫ ਇਹ ਪੁਰਾਣੇ ਨੇਮ ਦੀ ਕਿਤਾਬ ਨਹੀਂ ਜਿਸ ਨੂੰ ਪਾਸੇ ਰੱਖ ਦਿੱਤਾ ਜਾਵੇ।
But what happened in the days of Noah are a prophecy of our day. ਪਰ ਉਹ ਜੋ ਨੂਹ ਦੇ ਦਿਨਾਂ ਵਿੱਚ ਹੋਇਆ ਉਹ ਸਾਡੇ ਦਿਨਾਂ ਦੇ ਲਈ ਦੱਸਿਆ ਗਿਆ ਪ੍ਰਭੂ। What happened in the days of Abraham, in the days of Sodom, are a prophecy of our day. ਜੋ ਅਬਰਾਹਮ ਦੇ ਦਿਨਾਂ ਤੇ ਸਦੂਮ ਦੇ ਵਿੱਚ ਹੋਇਆ ਖੁਦਾਵੰ ਉਹ ਅੱਜ ਦੇ ਦਿਨ ਦੀ ਭਵਿੱਖਬਾਣੀ ਸੀ। What happened in the life of Abraham, both the carnal aspect and the spiritual, is a prophecy of the church today. ਜੋ ਅਬਰਾਹਮ ਦੀ ਜ਼ਿੰਦਗੀ ਵਿੱਚ ਇੱਕ ਸੁਭਾਵਿਕ ਅਤੇ ਇਕਾਤਮਿਕ ਜਨ ਹੋਣ ਦੇ ਨਾਤੇ ਹੋਇਆ ਉਹ ਅੱਜ ਦੀ ਤਸਵੀਰ ਹੈ। Help every pastor to take the correct alignment with the scripture. ਹਰ ਇੱਕ ਪ੍ਰਚਾਰਕ ਦੀ ਸਹਾਇਤਾ ਕਰਕੇ ਉਹ ਵਚਨਾਂ ਨੂੰ ਲੈਣ ਅਤੇ ਸਿੱਧ ਵਚਨਾਂ ਉੱਤੇ ਚੱਲਣ। And help us not to reverse the types. ਅਤੇ ਖੁਦਾਵੰ ਕਿਰਪਾ ਕਰਕੇ ਅਸੀਂ ਇਹਨਾਂ ਉਦਾਹਰਨਾਂ ਨੂੰ ਪੁੱਠਾ ਨਾ ਕਰ ਦਈਏ। I pray for a blessing upon every member of the church who was here listening today. ਅਤੇ ਮੇਰੀ ਪ੍ਰਾਰਥਨਾ ਹੈ ਕਿ ਇਸ ਸਭਾ ਵਿੱਚ ਆਏ ਹਰ ਇੱਕ ਜਨ ਹਰ ਇੱਕ ਕਲੀਸਿਆ ਦੇ ਮੈਂਬਰ ਉੱਤੇ ਤੇਰੀ ਕਿਰਪਾ ਹੋਵੇ। May you help them to shine as the seed of Abraham, like the stars. ਅਤੇ ਤੂੰ ਉਹਨਾਂ ਦੀ ਸਹਾਇਤਾ ਕਰਕੇ ਉਹ ਅਬਰਾਹਮ ਦੀ ਵੰਸ਼ ਦੀ ਤਰ੍ਹਾਂ ਅਸਮਾਨ ਵਿੱਚ ਚਮਕ ਸਕਣ। I pray in the name of Jesus. ਮੈਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦਾ ਹਾਂ। Amen. ਆਮੀਨ। Pastor. ਪਾਸਟਰ